देश दुनिया च वसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी, सरदार हमीर सिंह जी। मैं जी आया आखदा जी। शुक्रिया जी। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਾਜਪੋਸ਼ੀ ਹੋ ਜਾਂਦੀ ਹੈ ਔਰ ਤਾਜਪੋਸ਼ੀ ਤੋਂ ਬਾਅਦ ਕੁਝ ਘਟਨਾਵਾਂ ਐਸੀਆਂ ਵਾਪਰਦੀਆਂ ਜਿਨ੍ਹਾਂ ਦੀ ਚਰਚਾ ਚੁਫੇਰੇ ਹੈ। ਗਿਆਨੀ ਹਰਪ੍ਰੀਤ ਸਿੰਘ ਪ੍ਰੈਸ ਦੇ ਰੂਬਰੂ ਹੋ ਜਾਂਦੇ ਤੇ ਕਈ ਦੱਬੀਆਂ ਗੱਲਾਂ, ਕਈ ਦੱਬੇ ਰਾਜ ਸਾਹਮਣੇ ਆ ਜਾਂਦੇ। ਉਹ ਵਿਰਸਾ ਸਿੰਘ ਵਲਟੋਆ ਨੂੰ ਲੈ ਕੇ ਇੱਕ ਸਖਤ ਟਿੱਪਣੀ ਕਰ ਦਿੰਦੇ ਤਲਖ ਲਹਿਜੇ ਦੇ ਵਿੱਚ, ਤੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਈ ਪਾਜ ਉਘਾੜ ਦਿੰਦੇ ਆ, ਉਖੇੜ ਦਿੰਦੇ ਆ, ਕਈ ਪਰਦੇ ਚੱਕ ਦਿੰਦੇ ਆ। ਬੜਾ ਅਹਿਮ ਮਾਜਰਾ ਹੈ, ਲੇਕਿਨ ਇਹਨੂੰ ਦਿਲਚਸਪ ਨਹੀਂ ਕਵਾਂਗੇ। ਇਸ ਕਰਕੇ ਧਰਮ ਦਾ ਮਾਮਲਾ, ਅਧਿਆਤਮ ਦਾ ਮਾਮਲਾ, ਆਸਥਾ ਦਾ ਮਾਮਲਾ, ਲੋਕਾਂ ਦਾ ਸੰਸਥਾਵਾਂ ਵਿੱਚ ਯਕੀਨ, ਭਰੋਸਾ, ਕ੍ਰੈਡੀਬਿਲਿਟੀ, ਬਹੁਤ ਸਾਰੇ ਸ਼ਬਦ ਨੇ। ਜਥੇਦਾਰ ਸਾਹਿਬ ਦੀ ਬਾਡੀ ਲੈਂਗੁਏਜ ਤੇ ਵਲਟੋਆ ਦਾ ਹਮਲਾ ਦਰਮਿਆਨ ਦੇ ਵਿੱਚ ਉੱਭਰਦੇ ਸਵਾਲ ਇੱਕ ਆਮ ਸਿੱਖ ਦੇ ਮਨ ਮਸਤਕ ਦੇ ਵਿੱਚ ਸ਼ਿਕਨ ਪੈਦਾ ਕਰਦੇ ਕਿ ਆਖਰ ਹੋ ਕੀ ਰਿਹਾ। ਸਾਡੀ ਦਿੱਲੀ ਨਾਲ ਯਾਰੀ ਹੈ ਤੇ ਹਾਸਾ ਠੱਠਾ, ਉਹ ਸੰਜੀਦਗੀ, ਉਹ ਸਹਿਜਤਾ, ਉਹ ਸਾਰਾ ਕੁਝ ਕਿੱਥੇ ਸੀਗਾ। ਸਵਾਲ ਇਸ ਗੱਲ ਤੇ ਵੀ ਉੱਠਦਾ ਹੈ ਕਿ ਜਦੋਂ ਵਿਰਸਾ ਸਿੰਘ ਵਲਟੋਆ 4 ਤੋਂ ਵੱਧ ਐਸੇ ਅੰਦਰੂਨੀ ਸਵਾਲ ਖੜੇ ਕਰ ਦਿੰਦੇ ਆ ਤਾਂ ਸਿੰਘ ਸਾਹਿਬ ਦੇ ਅਹੁਦੇ ਦੀ ਮਰਿਆਦਾ ਨੂੰ ਲੈ ਕੇ ਵੀ ਨਜ਼ਰਾਂ ਘੁੰਮਣ ਲੱਗ ਜਾਂਦੀਆਂ ਕਿ ਆਖਰ ਹੋ ਕੀ ਰਿਹਾ। ਤੇ ਜਦੋਂ ਸਿੰਘ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਵਲਟੋਆ ਨੂੰ ਜਥੇਦਾਰ ਲਾ ਦਿਓ, ਜੋ ਕਰਾਉਣਾ ਕਰਾ ਲੈਣ। ਦੂਜੀ ਗੱਲ, ਜਦੋਂ ਉਹ ਇਹ ਵੀ ਕਹਿ ਦਿੰਦੇ ਨੇ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਮੈਂ ਦਬਾਅ ਨਹੀਂ ਝੱਲਣਾ, ਜਦੋਂ ਦਬਾਅ ਆਇਆ ਛੱਡ ਕੇ ਚਲੇ ਜਾਵਾਂਗਾ। ਤੇ ਇਹ ਵੀ ਕਹਿਣਾ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਅਹੁਦਾ ਵੀ ਲੈ ਸਕਦੀ ਸੀ। ਚਲੋ ਆਪਾਂ ਇਸ ਮਾਮਲੇ ਨੂੰ ਆਪਣੇ ਮਾਹਿਰਾਂ ਵੱਲ ਛੱਡਦੇ ਆ। ਇਹਦੇ ਬਹੁਤ ਅਰਥ ਨੇ, ਜਦੋਂ ਅਸੀਂ ਗੱਲਬਾਤ 'ਚ ਅੱਗੇ ਵਧਾਂਗੇ ਇੰਨੇ ਅਰਥ ਨੇ, ਤੁਸੀਂ ਸਮਝਣ ਦਾ ਯਤਨ ਕਰਿਓ ਤੇ ਪਾਰਟਿਸਿਪੇਟ ਕਰਿਓ ਰਾਏ ਦੇ ਰੂਪ 'ਚ। ਅਸੀਂ ਉਸ ਰਾਏ ਨੂੰ ਅੱਗੇ ਵਧਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਨੂੰ ਲੈ ਕੇ ਐਕਟ ਵਿੱਚ ਹੋਈ ਅਮੈਂਡਮੈਂਟ ਦੇ ਖਿਲਾਫ ਪੰਜਾਬ ਦੇ ਰਾਜਪਾਲ ਨੂੰ ਮਿਲ ਰਹੀ ਹੈ। ਗਵਰਨਰ ਪੰਜਾਬ ਨੂੰ ਕੱਲ ਨੌਕ ਕੀਤਾ ਸੀ ਸ਼੍ਰੋਮਣੀ ਕਮੇਟੀ ਨੇ ਕਿ 26 ਤੋਂ ਬਾਅਦ ਸਾਨੂੰ ਸਮਾਂ ਦਿਓ ਕਿਉਂਕਿ ਅਸੀਂ ਅਜਲਾਸ ਸੱਦਿਆ, ਲੇਕਿਨ ਗਵਰਨਰ ਨੇ ਕਿਹਾ ਕੱਲ ਹੀ ਆ ਜਾਓ, ਕਿਉਂਕਿ ਗਵਰਨਰ ਵੀ ਕੱਲ ਬੜੇ ਤਲਖ ਸੀ। ਹੁਣ ਇਹ ਐਕਟ 'ਚ ਸੋਧ ਦਾ ਮਤਾ ਜਾਂ ਬਿੱਲ ਜਾਂ ਇਹ ਐਕਟ ਦਾ ਖਰੜਾ ਜਦੋਂ ਪ੍ਰਵਾਨਗੀ ਲਈ ਜਾਊਗਾ, ਕਾਨੂੰਨ ਬਣਨ ਲਈ ਜਾਊਗਾ, ਤੇ ਗਵਰਨਰ ਇਹਨੂੰ ਕਿਵੇਂ ਰਿਐਕਟ ਕਰਨਗੇ, ਬਹੁਤ ਵੱਡਾ ਸਵਾਲ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੀ ਮੰਗ ਦੇ ਆਧਾਰ ਤੇ ਜੋ ਰਾਸ਼ਟਰਪਤੀ ਨੂੰ ਭੇਜਦੇ ਆ, ਵਾਪਸ ਪੰਜਾਬ ਸਰਕਾਰ ਨੂੰ ਭੇਜਦੇ ਆ, ਅਜਲਾਸ ਨੂੰ ਰੈਫਰ ਨਾ ਕੀਤੇ ਜਾਣ ਦਾ ਮਾਮਲਾ ਉਠਾਉਂਦੇ ਆ। ਇਹ ਵੀ ਮਾਹਿਰਾਂ ਨਾਲ ਗੱਲ ਕਰਦੇ ਆ। ਤੇ ਆਖਰ ਦੇ ਵਿੱਚ ਅਹਿਮ ਤੋਂ ਅਹਿਮ ਮਾਮਲਾ, ਕਈ ਦਿਨਾਂ ਦੀ ਧੂੜ ਉੱਡੀ ਜਾਂਦੀ ਆ ਕਿ ਸਰਬਜੀਤ ਕੌਰ ਮਾਣੂਕੇ ਵੱਲੋਂ ਉੱਠੀ ਜਿਹੜੀ ਦਾ ਮਾਮਲਾ ਹੈ ਉਹ ਦੱਬੀ ਹੋਈ ਆ, ਕਬਜਾਈ ਹੋਈ ਆ। ਬੜੇ ਰੌਲੇ ਪਏ। ਅੱਜ ਜਗਰਾਉਂ 'ਚ ਖਹਿਰਾ ਸੀਗੇ, ਸੁਖਪਾਲ ਸਿੰਘ ਖਹਿਰਾ, ਔਰ ਉਹਨਾਂ ਨੂੰ ਲੋਕ ਰਿਸਪੌਂਡ ਕਰ ਰਹੇ ਸੀਗੇ। ਮਾਮਲਾ ਚਾਬੀਆਂ ਦਾ ਹੈ, ਮਾਮਲਾ ਸਮਝੌਤੇ ਦਾ ਵੀ ਹੈ, ਲੇਕਿਨ ਅਜੇ ਉਹ NRI ਪਰਿਵਾਰ ਦੀ ਮੰਗ ਕਿ ਪਰਚਾ ਕਰੋ, ਕਬਜ਼ੇ ਦਾ ਪਰਚਾ ਹੋਣਾ ਚਾਹੀਦਾ। ਇਹਦੇ ਵਿੱਚ ਭੂਮਿਕਾ MLA ਦੀ ਕੀ ਆ, ਸਰਦਾਰ ਹਮੀਰ ਸਿੰਘ ਹੋਰਾਂ ਤੋਂ ਸਮਝਣ ਦਾ ਯਤਨ ਕਰਦੇ ਆ ਕਿ ਕੀ ਮਾਮਲਾ ਮੁੱਕ ਗਿਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਮੈਨੂੰ ਇਹ ਘਟਨਾਕ੍ਰਮ ਨਾਲ ਸਾਂਝ ਪਵਾ ਦਿਓ, ਦਰਸ਼ਕਾਂ ਦੀ ਸਾਂਝ ਪਵਾ ਦਿਓ ਕਿ ਜਦੋਂ ਤਾਜਪੋਸ਼ੀ ਤੋਂ ਬਾਅਦ ਦੇ ਵਿੱਚ ਪ੍ਰੈਸ ਨਾਲ ਰੂਬਰੂ ਹੁੰਦੇ ਨੇ ਸਿੰਘ ਸਾਹਿਬ, ਤੁਸੀਂ ਉਸ ਮੰਜ਼ਰ ਨੂੰ ਕਿਵੇਂ ਸਮਝਿਆ? ਅਸਲ ਦੇ ਵਿੱਚ ਮੈਂ ਪਹਿਲੀ ਵਾਰ ਐਵੇਂ ਜੇ ਦੇਖ ਰਿਹਾ ਕਿ ਜਿਵੇਂ ਇੱਕ ਜਥੇਦਾਰ ਸਾਹਿਬ ਚਾਰਜ ਸੰਭਾਲ ਕੇ ਦੂਜੇ ਜਥੇਦਾਰ ਸਾਹਿਬ ਨੂੰ ਚਾਰਜ ਸੰਭਾਲਣ ਲਈ ਆ ਜਾਂਦੇ ਨੇ ਨਾ, ਜਿਵੇਂ ਪੋਸਟਾਂ ਬਦਲਦੀਆਂ ਹੁੰਦੀਆਂ ਨੇ ਆਪਸ ਦੇ ਵਿੱਚ। ਉਹ ਹੋਇਆ ਤਾਂ ਲਾਜ਼ਮੀ ਹੈ ਕਿ ਕਈ ਵਾਰ ਜੇ ਇੱਥੇ ਚੀਫ ਸੈਕਟਰੀ ਬਦਲਦਾ ਜਾਂ ਹੋਰ ਹੈ ਤਾਂ ਵੀ ਉਹ ਕਰਦੇ ਨੇ, ਪ੍ਰੈਸ ਵਾਲੇ ਚਲੇ ਜਾਂਦੇ ਨੇ, ਭਾਈ ਸਾਹਿਬ ਹੁਣ ਤੁਸੀਂ ਜਾ ਰਹੇ ਹੋ, ਤੁਹਾਡਾ ਕੀ ਕਹਿਣਾ ਤੇ ਜਿਹੜਾ ਆ ਰਿਹਾ ਉਹਦਾ ਕੀ ਕਹਿਣਾ, ਉਹਦਾ ਇਮੀਡੀਏਟ ਪ੍ਰੋਗਰਾਮ ਕੀ ਹੋਏਗਾ। ਪਰ ਜਿਹੜੀ ਪ੍ਰੈਸ ਕਾਨਫਰੰਸ ਰੂਪੀ ਜਿਹੜੀ ਇਹ ਮਤਲਬ ਗੱਲਬਾਤ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ, ਉਸ ਤੋਂ ਬਾਅਦ ਮੈਨੂੰ ਲੱਗਦਾ ਉਹਦਾ ਦਿਮਾਗ 'ਚ ਬਾਰ-ਬਾਰ ਸੀ ਕਿ ਮੈਂ ਕੁਝ ਗੱਲਾਂ ਕਹਿਣੀਆਂ ਨੇ। ਸ਼ਾਇਦ ਜੇਕਰ ਇਹ ਦਿਮਾਗ 'ਚ ਨਾ ਹੁੰਦਾ ਤਾਂ ਉਹ ਪੱਤਰਕਾਰ ਨੂੰ ਬਾਰ-ਬਾਰ ਨਾ ਕਹਿੰਦੇ, ਬਸ ਇੰਨਾ ਹੀ ਸੀ, ਹੋਰ ਪੁੱਛ ਲਓ ਜੋ ਪੁੱਛਣਾ। ਨਹੀਂ ਤਾਂ ਬੰਦਾ ਫਿਰ ਉਹ ਬਾਰ-ਬਾਰ ਉਕਸਾਉਂਦਾ ਨਹੀਂ ਹੈ ਉਸ ਪੱਧਰ ਤੇ। ਉਹ ਅਸਲ 'ਚ ਕਹਿਣਾ ਚਾਹੁੰਦੇ ਸੀ, ਸ਼ਾਇਦ ਉਹਨਾਂ ਦੇ ਪਸੰਦ ਦਾ ਸਵਾਲ ਕਈ ਵਾਰ ਨਹੀਂ ਸੀ ਆਇਆ ਉਦੋਂ ਤੱਕ। ਔਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਨੂੰ ਬੁਲਾ ਕੇ ਕਹਿਤਾ ਸੀਗਾ ਕਿ ਮੈਂ ਤੋਂ ਦੋਨੋਂ ਚਾਹੇ ਇੱਕ, ਜਦੋਂ ਵੀ ਚਾਹੇ ਸ਼੍ਰੋਮਣੀ ਕਮੇਟੀ ਮਤਲਬ ਮੈਂ ਛੱਡਣ ਲਈ ਤਿਆਰ ਆ, ਉਹ ਆਪਣੇ ਪਸੰਦ ਦੇ ਬੰਦੇ ਲਾ ਦੇ। ਤੇ ਦੂਜੀ ਗੱਲ,
ਉਹਨਾਂ ਨੇ ਇਹ ਵੀ ਕਿਹਾ ਉਸੇ ਪ੍ਰੋਸੈਸ ਦੇ ਵਿੱਚ ਚੱਲਦੇ ਹੋਏ ਕਿ ਆ ਜਿਹੜਾ ਕੋਈ ਨਾ ਕੋਈ ਇੱਧਰ ਉੱਧਰੋਂ ਕਰਨਾ ਫੂਸਿਆ ਜਿਹੜੀਆਂ ਚੱਲਦੀਆਂ ਨੇ ਜਥੇਦਾਰ ਤੱਕ ਜਾਂਦੀਆਂ ਹੋਣਗੀਆਂ ਕਿ ਮੈਂ ਤਾਂ ਆਪਾਂ ਤਾਂ ਜਾਰੀ ਹੈ ਆਪਣੀ, ਉਹ ਹੱਸੇ ਵੀ ਖਿੜਖੜਾ ਕੇ ਪੂਰਾ ਕਿ ਕੇਂਦਰ ਨਾਲ ਜਾਰੀ ਹੈ। ਨਾਲ ਬੈਠੇ ਜਥੇਦਾਰ ਦੇ ਮੋਢੇ ਤੇ ਹੱਥ ਮਾਰ ਕੇ ਵੀ 2 ਵਾਰ ਜਦੋਂ ਜਥੇਦਾਰ ਹੱਸਦਾ ਬਾਰ-ਬਾਰ ਖੁੱਲ ਕੇ ਕਿ ਜਾਰੀ ਹੈ ਤਾਂ ਫਿਰ ਕੀ ਹੈ, ਹੈਗੀ ਤਾਂ ਹੈਗੀ ਹੈ। ਇਹ ਗੱਲਾਂ ਮਤਲਬ ਕਿਸੇ ਜਥੇਦਾਰ ਦੇ ਪਦਵੀ ਵਾਲੇ ਬੰਦੇ ਤੋਂ ਨਾ ਹੋਰ ਤਰ੍ਹਾਂ ਦੀ ਲੱਗਦੀ ਹੈ ਕਿ ਉਹਨੂੰ ਕਿਵੇਂ ਸਮਝਣ, ਲੋਕ ਕਿਵੇਂ ਸਮਝਣਗੇ ਉਸ ਪੱਧਰ ਦੇ ਉੱਤੇ ਜਾ ਕੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਗੱਲਾਂ ਮੈਨੂੰ ਕਿਸੇ ਨੇ ਇਹ ਵੀ ਸੁਣਾਈਆਂ ਕਿ ਬਿਰਸਾ ਸਿੰਘ ਬਲਟੋਆ ਇਹ ਕਹਿੰਦੇ ਰਹੇ ਕਿ ਜ਼ਰੂਰੀ ਨਹੀਂ ਗ੍ਰੰਥੀ ਹੋਵੇ, ਪਾਠੀ ਹੋਵੇ, ਪੜ੍ਹਿਆ ਲਿਖਿਆ ਬੰਦਾ ਹੋਵੇ ਜਾਂ ਜਾਣਕਾਰ ਬੰਦਾ ਹੋਵੇ, ਬੰਦਾ ਦਲੇਰ ਹੋਣਾ ਚਾਹੀਦਾ। ਤੇ ਹੁਣ ਅੱਜ ਕੱਲ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਕਿ ਤੁਹਾਡੇ ਕੋਲ ਬਿਰਸਾ ਸਿੰਘ ਬਲਟੋਆ ਵਰਗਾ ਦਲੇਰ ਬੰਦਾ ਹੈਗਾ ਤੇ ਉਹਨੂੰ ਅਕਾਲ ਤਖਤ ਜਥੇਦਾਰ ਦਾ ਉਹਦਾ ਦੇ ਦਿਓ ਤੇ ਉਹਦੇ ਤੋਂ ਫਿਰ ਜੋ ਮਰਜ਼ੀ ਕਰਾਉਂਦੇ ਰਹੋ। ਮਤਲਬ ਜੋ ਮਰਜ਼ੀ ਕੀ ਕਰਾਉਣਾ ਸਮਝ ਨਹੀਂ ਆਉਂਦੀ ਸ਼੍ਰੋਮਣੀ ਕਮੇਟੀ ਨੇ ਤੇ ਜਾਂ ਬਿਰਸਾ ਸਿੰਘ ਬਲਟੋਆ ਨੇ ਕੀ ਕਿਹਾ ਜਾਂ ਬਾਕੀ ਦੀਆਂ ਗੱਲਾਂ ਨੇ। ਇਹਦੇ ਚ ਬਲਟੋਆ ਉਹਨਾਂ ਦਾ ਜਵਾਬ ਹੈ ਜਿਹੜਾ ਨਾਲ ਦੀ ਨਾਲ ਫਿਰ ਆ ਜਾਂਦਾ ਕਿ ਮੈਂ ਤਾਂ ਕੁਝ ਨਹੀਂ ਕਿਹਾ, ਅਸਲ ਦੇ ਵਿੱਚ ਜਥੇਦਾਰ ਸਾਹਿਬ ਦਾ ਉਹਦਾ ਬਹੁਤ ਵੱਡਾ ਹੈ, ਉਹ ਜੇ ਨਹੀਂ ਵੀ ਰਹਿਣਗੇ ਤਾਂ ਵੀ ਸਿੰਘ ਸਾਹਿਬ ਨਾਲ ਲੱਗ ਗਿਆ, ਮੈਂ ਕੁਝ ਨਹੀਂ ਕਹਿਣਾ, ਨਾਲੇ ਤਾਂ ਇਹ ਕਿਹਾ ਤੇ ਨਾਲੇ ਸ਼ੁਰੂ ਕਰਤਾ ਕੰਮ। ਫਿਰ ਮੈਂ ਕਈ ਦਿਨਾਂ ਮੈਂ ਚਿੱਠੀ ਲਿਖੀ, ਜਿਹੜੀ ਚਿੱਠੀ ਲਿਖੀ ਚ ਕੀ ਲਿਖਿਆ, 3-4 ਗੱਲਾਂ ਉਹ ਜਿਹੜੀਆਂ ਸੀ ਚਿੱਠੀ ਲਿਖੀ ਚ ਇਹ ਵੀ ਕਿਹਾ ਕਿ ਇੱਕ ਅਖਬਾਰ ਨੂੰ ਫਿਰ ਨਾਂ ਵੀ ਲੈਤਾ ਉਹਨਾਂ ਨੇ ਕਿ ਜੀ ਹੁਕਮਨਾਮਾ ਜਾਰੀ ਹੋਇਆ ਸੀ, ਮੈਂ ਖੁਦ ਤੇ ਸਾਡੀ ਪਾਰਟੀ ਦਾ ਪ੍ਰਧਾਨ ਤੇ ਹੋਰ ਬਹੁਤ ਸਾਰੇ ਜਿਹੜੇ ਗਏ ਨੇ ਉਹਨਾਂ ਨੂੰ ਅਵੱਗਿਆ ਕਰਨ ਦੇ ਮਾਮਲੇ ਦੇ ਵਿੱਚ ਤੁਹਾਨੂੰ ਬੁਲਾਉਣਾ ਚਾਹੀਦਾ ਹੈ, ਤੁਹਾਨੂੰ ਕੋਈ ਗੱਲ ਕਰਨੀ ਚਾਹੀਦੀ ਹੈ ਇਸ ਪੱਧਰ ਦੀ। ਕਿ ਮੈਂ ਇੱਕ ਤਾਂ ਇਹ ਜਿਹੜਾ ਲਿਖਿਆ ਸੀ, ਦੂਜਾ ਉਹਨਾਂ ਨੇ ਥੋੜੀ ਸਫਾਈ ਦਿੱਤੀ ਕਿ ਮੈਂ ਤਾਂ ਇਹ ਕਿਹਾ ਸੀ ਕਿ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਉਸ ਜਜ਼ਬੇ ਵਾਲਾ ਬੰਦਾ ਚਾਹੀਦਾ ਹੈ ਜਥੇਦਾਰ ਦੇ ਵਿੱਚ, ਉਹਦੇ ਵਿੱਚ ਜਿਹੜਾ ਕਿਤੇ ਇਧਰ ਉਧਰਲੀਆਂ ਗੱਲਾਂ ਦੇ ਨਾਲ ਚਿਪੇ ਨਾ ਕਿਸੇ ਰੂਪ ਦੇ ਵਿੱਚ। ਤੀਜਾ ਉਹ ਸਾਰੀਆਂ ਵਿਆਹਾਂ ਸ਼ਾਦੀਆਂ ਦੀ ਵੀ ਗੱਲ ਕਿਸੇ ਨਾ ਕਿਸੇ ਰੂਪ ਚ ਕਰਦਾ ਕਿ ਮਰਿਆਦਾ ਹੁੰਦੀ ਹੈ ਸਿੰਘ ਸਾਹਿਬ ਦੀ, ਉਹਨਾਂ ਨੇ ਮਰਿਆਦਾ ਸਿਖਾਈ ਥੋੜੀ ਜਿਹੀ ਉਹਨਾਂ ਨੂੰ ਕਿ ਕਿਸੇ ਗੈਰ ਅੰਮ੍ਰਿਤਧਾਰੀ ਦੇ ਵਿਆਹ ਚ ਜਾਣਾ, ਉਹਦੇ ਆਨੰਦ ਕਾਰਜ ਕਰਾਉਣਾ ਤੇ ਬਾਕੀ ਦੀਆਂ ਚੀਜ਼ਾਂ ਇਹ ਨਹੀਂ ਕਰਨਾ ਚਾਹੀਦੀ ਕਿਸੇ ਜਥੇਦਾਰ ਨੂੰ। ਚਰਨਜੀਤ ਚੰਨੀ ਦੇ ਬੇਟੇ ਦਾ ਨਾਮ ਲਿਆ ਕਿ ਉਹ ਪਤਤ ਸੀਗੇ, ਉਹਨਾਂ ਨੇ ਅੰਮ੍ਰਿਤ ਨਹੀਂ ਸਕਿਆ ਸੀ, ਉੱਥੇ ਜਾ ਕੇ ਆਨੰਦ ਕਾਰਜ ਖੁਦ ਕਰਾਏ ਜਥੇਦਾਰ ਸਾਹਿਬ ਨੇ। ਚਾਹੇ ਜਿੱਡਾ ਮਰਜ਼ੀ ਬੰਦਾ ਆ ਜੇ, ਜਥੇਦਾਰ ਦੀ ਪਦਵੀ ਦਾ ਖਿਆਲ ਰੱਖਣਾ ਚਾਹੀਦਾ ਤੇ ਇਹ ਨਹੀਂ ਸੀ ਕਰਨਾ ਚਾਹੀਦਾ। ਇਹ ਸਾਰੇ ਜਿਹੜੀਆਂ ਗੱਲਾਂ ਕਰਦੇ ਕਰਦੇ ਜਦੋਂ ਉਸ ਲੈਵਲ ਦੇ ਉੱਤੇ ਜਾਂਦੀਆਂ ਨੇ ਤਾਂ ਲਾਜ਼ਮੀ ਹੈ ਕਿ ਇਹਦਾ ਮਤਲਬ ਜਥੇਦਾਰ ਦੀ ਕਾਰਗੁਜ਼ਾਰੀ ਤੇ ਬਾਕੀ ਸ਼ੈਲੀ ਤੇ ਉਹਨਾਂ ਦਾ ਇਤਰਾਜ਼ ਲਗਾਤਾਰ ਆ ਰਿਹਾ ਸੀ ਤੇ ਅੰਦਰ ਖਾਤੇ ਸ਼ਾਇਦ ਜ਼ਿਆਦਾ ਚੱਲਦਾ ਹੋਵੇ ਤੇ ਅੱਜ ਉੱਭਰ ਕੇ ਸਾਹਮਣੇ ਆਇਆ। ਤੇ ਫਿਰ ਜਥੇਦਾਰ ਸਾਹਿਬ ਜਿਹੜਾ ਇੱਕ ਬਾਕੀ ਦੀ ਗੱਲਬਾਤ ਕਰਦੇ ਨੇ ਆਪ ਕਿ ਮੈਂ ਬਸ ਹੁਣ ਹੋਰ ਨਹੀਂ, ਜਦੋਂ ਸਵਾਲ ਪੁੱਛਿਆ ਜਾਂਦਾ ਫਿਰ ਉਹ ਕਹਿੰਦੇ ਨੇ ਵੀ ਮੈਂ ਕਿਹਾ ਸੀ ਕਿ ਜਦੋਂ ਵੀ ਦਬਾਅ ਆਇਆ ਮੈਂ ਦਬਾਅ ਨਹੀਂ ਚੱਲੂਗਾ ਤੇ ਮੈਂ ਛੱਡ ਕੇ ਚਲਾ ਜਾਊਂਗਾ। ਤਾਂ ਬਾਕੀ ਨੇ ਪੁੱਛਿਆ ਫਿਰ ਦਬਾਅ ਆ ਗਿਆ ਇਸ ਲਈ ਛੱਡ ਕੇ ਚਲੇ ਗਏ ਹੋ, ਤਾਂ ਕਿਹੋ ਜਿਹਾ ਦਬਾਅ ਸੀ, ਉਹ ਕਿਹਦਾ ਦਬਾਅ ਸੀ? ਫਿਰ ਇਹਨੂੰ ਉਹਨਾਂ ਨੇ ਗੋਲਮੇਲ ਕਰਤਾ ਵੀ ਦਬਾਅ ਤਾਂ ਹੁੰਦਾ ਹੀ ਐ ਐਡੇ ਵੱਡੇ ਅਹੁਦਿਆਂ ਦਾ, ਕਈ ਵਾਰ ਚੁੱਪ ਰਹਿਣਾ ਪੈਂਦਾ, ਕਈ ਵਾਰ ਆਹ ਕਰਨਾ ਪੈਂਦਾ। ਉੱਥੇ ਤੱਕ ਨਹੀਂ ਗਏ, ਮਤਲਬ ਉਹਨਾਂ ਨੇ ਇੱਕ ਸੰਕੇਤ ਜ਼ਰੂਰ ਦਿੱਤਾ ਬਾਰ-ਬਾਰ ਇਹ ਕਹਾ ਕੇ ਔਰ ਕਹਿ ਕੇ ਕਿ ਦਬਾਅ ਕਰਕੇ ਮੈਂ ਚਲਾ ਜਾਊਂਗਾ, ਮੈਂ ਚਲਾ ਗਿਆ। ਦਬਾਅ ਕੀ ਹੈ ਅਜੇ ਸ਼ਾਇਦ ਅਗਲੇ ਦਿਨਾਂ ਚ ਹੋਰ ਕੋਈ ਕਹਾਣੀਆਂ ਵੀ ਉਹਨਾਂ ਦੇ ਕੋਲ ਹੋਣਗੀਆਂ ਅੰਦਰ, ਉਹ ਦੱਸ ਦੇਣਗੇ ਉਹ ਜਿਹੜੀਆਂ ਵੀ ਚੀਜ਼ਾਂ ਹੌਲੀ ਹੌਲੀ ਉਸ ਪਾਸੇ। ਅਜੇ ਇੱਕ ਜਥੇਦਾਰੀ ਹੈਗੀ ਵੀ ਹੈ, ਅਜੇ ਉਹ ਤੋਂ ਮੁਕਤ ਵੀ ਨਹੀਂ ਹੋਏ ਤੇ ਸ਼ਾਇਦ ਜਦੋਂ ਉਹਦੇ ਤੋਂ ਮੁਕਤ ਹੋਏ ਤੇ ਉਦੋਂ ਦੱਸਣ ਜਿਹੜੀ ਬਾਕੀ ਦੀ ਗੱਲ ਹੈ ਕਿ ਪ੍ਰੈਸ਼ਰ ਕਿਹੜੇ ਕਿਹੜੇ ਮੁੱਦਿਆਂ ਤੇ ਪੈਂਦੇ ਰਹੇ ਨੇ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਤੇ ਉਹ ਗੱਲ ਕਰਦੇ ਰਹੇ ਨੇ ਉਸ ਰੂਪ ਦੇ ਵਿੱਚ। ਇਹ ਇੱਕ ਵਿਵਾਦ ਜਿਹੜਾ ਲਗਾਤਾਰ ਮਤਲਬ ਜਥੇਦਾਰ ਸਾਹਿਬ ਨੇ ਸਾਡੇ ਸਾਹਮਣੇ ਰੱਖੀਆਂ ਨੇ ਆਪਣੀਆਂ ਗੱਲਾਂ, ਤਾਂ ਇਟ ਮੀਨ ਜੇ ਜਥੇਦਾਰ ਅਕਾਲ ਤਖਤ ਦੇ ਰੂਪ ਦੇ ਵਿੱਚ, ਫੰਕਸ਼ਨਿੰਗ ਦੇ ਰੂਪ ਦੇ ਵਿੱਚ, ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਜਾਂ ਅਕਾਲੀ ਦਲ ਦੇ ਲੀਡਰਾਂ ਨਾਲ ਤਾਲਮੇਲ ਜਾਂ ਮਰਿਆਦਾ ਦੇ ਜਿਹੜੇ ਸਵਾਲ ਨੇ, ਇਹ ਕਿਤੇ ਨਾ ਕਿਤੇ ਅੰਦਰ ਖਾਤੇ ਖਿੱਚਤਾਣ ਦਾ ਬੰਦਾ ਤਾਂ ਰਹਿ ਹੀ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੱਜ ਕੱਲ ਉਹ ਕਹਿੰਦੇ ਨੇ ਕਿ ਮੈਂ ਰਿਲੀਫ ਫੀਲ ਕਰਨਾ, ਮੈਂ ਬਿਲਕੁਲ ਹੁਣ ਮੇਰੇ ਮਨ ਤੇ ਕੋਈ ਬੋਝ ਨਹੀਂ ਹੈ। ਕੀ ਜਥੇਦਾਰ ਦੀ ਪਦਵੀ ਤੇ ਬੈਠਣਾ ਬੋਝ ਹੁੰਦਾ ਹੈ ਜਾਂ ਮਤਲਬ ਤੁਸੀਂ ਅੰਡਰ ਸਟ੍ਰੈਸ ਰਹਿੰਦੇ ਹੋ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ? ਤੇ ਇਹ ਵੀ ਇੱਕ ਦਿਖਾਈ ਦੇਣ ਵਾਲੀ ਉਸ ਲੈਵਲ ਦੀ ਗੱਲ ਹੈ। ਸਰਦਾਰ ਜਗਤਾਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਦੇ ਅੰਦਰ ਦੀ ਅਨਰੈਸਟ ਉਹਨਾਂ ਦੇ ਚਿਹਰੇ ਤੇ ਸਾਫ਼ ਦਿਸ ਰਹੀ ਸੀ। ਉਹ ਕੁਝ ਕਹਿਣਾ ਚਾਹ ਰਹੇ ਸੀ ਕਿ ਢੁਕਵੇਂ ਸਵਾਲਾਂ ਦਾ ਇੰਤਜ਼ਾਰ ਕਰ ਰਹੇ ਸੀ, ਔਰ ਜਦੋਂ ਉਹਨਾਂ ਨੂੰ ਢੁਕਵੇਂ ਸਵਾਲ ਆਉਂਦੇ ਸੀ ਉਹ ਬੜਾ ਖੁੱਲ ਕੇ ਉੱਤੇ ਰਿਐਕਟ ਕਰਦੇ ਸੀ। ਜਿਵੇਂ ਬਲਟੋਏ ਵਾਲੀ ਗੱਲ ਦੇ ਉੱਤੇ ਉਹਨਾਂ ਨੇ ਕੀਤਾ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਕਿ ਇਹਨਾਂ ਨੂੰ ਤੁਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦਿਓ, ਫਿਰ ਜੋ ਕਰਵਾਉਣਾ ਚਾਹੁੰਦੇ ਨੇ ਕਰ ਲੈਣ। ਦੂਜੀ ਗੱਲ ਉਹਨਾਂ ਨੇ ਇਹਦੇ ਵਿੱਚ ਇਹ ਵੀ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹੀ
ਕਿ ਇਹ ਹਾਲਾਤ ਪੈਦਾ ਕਿਉਂ ਹੋਏ, ਜਿਹੜਾ ਐਕਟ ਵਿੱਚ ਸੋਧ ਆਈ ਹੈ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ, ਕਿ ਆਖਰ ਇਹ ਹਾਲਾਤ ਪੈਦਾ ਕਿਉਂ ਹੋਏ। ਤੀਜਾ ਸਵਾਲ ਉਹ ਇਹ ਕਹਿੰਦੇ ਨੇ ਕਿ ਜਦੋਂ ਇਹ ਪੁੱਛਿਆ ਜਾਂਦਾ ਕਿ ਵਿਦਾਂਤੀ ਸਾਹਿਬ ਦੇ ਸਮੇਂ ਤੋਂ ਹੀ ਇਹ ਗੱਲ ਤੁਰੀ ਆਉਂਦੀ ਆ 2 ਦਹਾਕਿਆਂ ਤੋਂ, ਕਿ ਜਥੇਦਾਰਾਂ ਨੂੰ ਲਾਉਣ ਤੇ ਲਾਉਣ ਦੀ, ਉਹ ਕਹਿੰਦੇ ਮੈਂ 2 ਵਾਰੀ ਰਿਮਾਈਂਡਰ ਦਿੱਤੇ ਨੇ। ਤਾਂ ਕਈ ਮਾਮਲਿਆਂ 'ਚ ਇੰਝ ਲੱਗ ਰਿਹਾ ਸੀ ਜਿਵੇਂ ਉਹ ਖੁੱਲ ਕੇ ਭੜਾਸ ਕੱਢਣਾ ਚਾਹੁੰਦੇ ਹੋਣ। ਉਹਨਾਂ ਨੇ ਅਸਿੱਧੇ ਰੂਪ 'ਚ ਭੜਾਸ ਕੱਢੀ ਵੀ ਹੈ। ਸੁਰਖੀ ਸ਼ਿਫਟ ਹੋ ਚੁੱਕੀ ਆ, ਕੀ ਕਹਿੰਦੇ ਹੋ? ਮੈਂ ਜਿਹੜੀਆਂ ਗੱਲਾਂ ਇਹ ਕਹਿ ਰਹੇ ਕਿ ਹਾਲਤ ਐਸੀ ਕਿਉਂ ਬਣੀ, ਇਹੋ ਜਿਹੀਆਂ ਗੱਲਾਂ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਦੇ। ਲੇਕਿਨ ਮੈਂ ਕਿਸੇ ਹੋਰ ਢੰਗ ਨਾਲ ਥੋੜਾ ਜਿਹਾ ਸਾਰੀ ਗੱਲ ਲੈਣਾ ਹੈ। ਮੈਂ ਇਹ ਲਾਈਵ ਪ੍ਰੋਗਰਾਮ ਦੇਖ ਰਿਹਾ ਸੀਗਾ ਜਦੋਂ ਦਰਬਾਰ ਸਾਹਿਬ ਆਪਣੇ ਅਕਾਲ ਤਖਤ ਸਾਹਿਬ ਤੇ ਕੀਰਤਨ ਚੱਲ ਰਿਹਾ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਤੇ ਇਹਨਾਂ ਦੇ ਨਾਲ ਸਰ ਤੁਹਾਡਾ ਨਾ ਉਹ ਲੱਗਦਾ ਪਿਆ ਇਹਨੂੰ ਕਮੀਜ਼ ਨੂੰ ਥੋੜਾ ਜਿਹਾ ਨੂੰ ਗਾ, ਇਹ ਕਿਹੜ ਆਈ ਜਾਂਦੀ ਅਜੇ ਵੀ। ਮੇਰਾ ਨਜ਼ਰੀਆ ਥੋੜਾ ਜਿਹਾ ਅਲੱਗ ਹੈ। ਆ ਰਹੀ ਸਰ, ਥੋੜੀ ਜਿਹੀ ਆ ਰਹੀ। ਇਹਨੂੰ ਕਿੱਦਾਂ ਕਰੀਏ? ਹੁਣ ਤਾਂ ਨਹੀਂ ਲੱਗ ਰਿਹਾ। ਇਹ ਕਿੱਥੇ ਕਿ ਭਲਾ ਤੁਹਾਡਾ ਮਾਈਕ ਹੈ ਨਾ? ਹਾਂ ਹੁਣ ਹੈਲੋ ਹਾਂ ਹੁਣ ਠੀਕ ਹੈ। ਹਾਂ ਹੁਣ ਮੇਰਾ ਨਜ਼ਰੀਆ ਥੋੜਾ ਜਿਹਾ ਵੱਖਰਾ ਹੈ, ਕਿਉਂਕਿ ਮੈਂ ਜਦੋਂ ਇਹ ਪ੍ਰੋਗਰਾਮ ਲਾਈਵ ਦੇਖ ਰਿਹਾ ਸੀ ਤਾਜਪੋਸ਼ੀ ਦਾ ਅਕਾਲ ਤਖਤ ਸਾਹਿਬ ਤੇ ਕੀਰਤਨ ਚੱਲ ਰਿਹਾ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਾਹਮਣੇ ਬੈਠੇ ਸੀਗੇ, ਨਾਲ ਇਹਨਾਂ ਦੇ ਗ੍ਰੰਥੀ ਸਿੰਘ ਸੀਗੇ ਦਰਬਾਰ ਸਾਹਿਬ ਦੇ, ਤੇ ਬਾਕੀ ਸਿੰਘ ਸਾਹਿਬ ਸੀਗੇ ਕੁਝ। ਤੋਂ ਜਿਹੜੀ ਇਹਨਾਂ ਦੀ ਬਾਡੀ ਲੈਂਗੁਏਜ ਸੀ ਉਹ ਕੁਛ ਨਹੀਂ ਬਦਲ ਸੀ। ਜਿਵੇਂ ਇਹ ਹੱਸ ਕੇ ਆਸੇ-ਪਾਸੇ ਕਰੇ, ਇੱਧਰ ਗੱਲ ਕਰਨੀ ਕਿਤੇ ਉੱਧਰ ਗੱਲ ਕਰਨੀ। ਜਿੰਨੀ ਕੁ ਵਾਰੀ ਕੈਮਰਾ ਨੇ ਤੇ ਵੱਜਿਆ ਮੈਨੂੰ ਇਹੋ ਜਿਹਾ ਬਿਹੇਵੀਅਰ ਨਜ਼ਰ ਆਇਆ, ਤੇ ਮੈਨੂੰ ਔਡ ਲੱਗਿਆ ਬਹੁਤ ਕਿ ਇਹ ਬਿਲਕੁਲ ਤੁਸੀਂ ਸਾਹਮਣੇ ਕੀਰਤਨੀਆਂ ਦੇ ਬੈਠੇ ਹੋ ਤੇ ਤੁਹਾਡਾ ਧਿਆਨ ਉਸ ਪਾਸੇ ਨਹੀਂ ਹੈ, ਤੁਸੀਂ ਆਸੇ-ਪਾਸੇ ਗੱਲਾਂ ਕਰਦੇ ਵਿੱਚ ਜ਼ਿਆਦਾ ਬਿਜ਼ੀ ਹੋ। ਸੋ ਜਿਹੜਾ ਇਨਸਾਨ ਉਸ ਪਦਵੀ ਤੇ ਰਿਹਾ ਹੋਵੇ, ਹੁਣ ਵੀ ਪਦਵੀ ਉਹਨਾਂ ਕੋਲੇ ਹੈਗੀ ਹੈ, ਤੇ ਉਹਨਾਂ ਦਾ ਜਿਹੜੇ ਬਿਹੇਵੀਅਰ ਹੈ, ਬਾਡੀ ਲੈਂਗੁਏਜ ਹੈ, ਉਹ ਇੱਕ ਖਾਸ ਤਰ੍ਹਾਂ ਦੀ ਉਸ ਅਹੁਦੇ ਦੀ ਗਰਿਮਾ ਦੇ ਮੁਤਾਬਕ ਹੋਣੀ ਚਾਹੀਦੀ ਹੈ। ਪਹਿਲੀ ਗੱਲ, ਮੈਂ ਇਹਦੇ ਜ਼ਿਆਦਾ ਗੱਲ ਹੋਰ ਨਹੀਂ ਕਰੂੰਗਾ। ਦੂਜੀ ਗੱਲ, ਮੈਨੂੰ ਲੱਗਿਆ ਕਿ ਇਹ ਅੱਜ ਆਪਣੀ ਜਿਹੜੀ ਡੀਮੋਰਲਾਈਜੇਸ਼ਨ ਹੈ ਉਹ ਐਕਸਪ੍ਰੈਸ ਕਰ ਰਹੇ ਸੀਗੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਜੋ ਜੀ ਇਹਨਾਂ ਦੀ ਬਾਡੀ ਲੈਂਗੁਏਜ ਉੱਥੇ ਵੀ ਸੀ। ਇਹ ਸਡਨਲੀ ਇਹ ਭਾਣਾ ਨਹੀਂ ਵਾਪਰਿਆ ਕਿ ਇਹਨਾਂ ਨੂੰ ਹਟਾ ਦਿੱਤਾ ਗਿਆ। ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਤਾਂ 1.5 ਮਹੀਨਾ ਪਹਿਲਾਂ ਜਦੋਂ ਐਗਜ਼ੈਕਟਿਵ ਦੀ ਮੀਟਿੰਗ ਹੋਣੀ ਸੀ, ਉਸ ਦਿਨ ਵੀ 2-3 ਦਿਨ ਪਹਿਲਾਂ ਗੱਲ ਚੱਲੀ ਸੀ ਕਿ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ। ਜਿਹੜੇ ਇਸ਼ੂ ਇਹਨਾਂ ਨੇ ਅੱਜ ਰੇਸ ਕੀਤੇ ਹੈ ਹਟਣ ਤੋਂ ਬਾਅਦ, ਜੇ ਉਸ ਵੇਲੇ ਇਹ ਜਿਹੜੇ ਇਸ਼ੂ ਅੱਜ ਟੇਕਅਪ ਕੀਤੇ ਹੈ, ਜਦੋਂ ਇਹ ਐਕਟਿੰਗ ਜਥੇਦਾਰ ਅਕਾਲ ਤਖਤ ਸੀ ਉਦੋਂ ਰੇਸ ਕਰਦੇ ਤੇ ਉਸ ਤੋਂ ਬਾਅਦ ਰਿਜ਼ਾਈਨ ਕਰ ਦਿੰਦੇ, ਫਿਰ ਇਹ ਇਸ਼ੂ ਪ੍ਰੈਸਿਪਿਟੇਟ ਹੋਣੇ ਸੀਗੇ। ਲੇਕਿਨ ਜਦੋਂ ਵੀ ਕੋਈ ਇਨਸਾਨ ਆਪਣਾ ਉਹ ਜਦੋਂ ਉਸ ਪਾਤੇ ਨਹੀਂ ਰਹਿੰਦਾ, ਬਾਹਰ ਆ ਕੇ ਜਦੋਂ ਗੱਲ ਕਰਦਾ ਉਹਦੀ ਵੇਟੇਜ ਖਤਮ ਹੋ ਜਾਂਦੀ ਹੈ। ਜੇ ਇਹਨਾਂ ਨੂੰ ਸਿੱਖ ਪੰਥ ਦੇ ਨਾਲ ਇਹਨਾਂ ਪਿਆਰ ਸੀ, ਇਹਨਾਂ ਦੀ ਕਮਿਟਮੈਂਟ ਸੀ, ਤੇ ਐਕਟਿੰਗ ਜਥੇਦਾਰ ਅਕਾਲ ਤਖਤ ਉਹ ਸਾਰੇ ਇਸ਼ੂ ਰੇਸ ਕਰਦੇ। ਪਤਾ ਸੀ ਇਹਨਾਂ ਨੂੰ ਕਿ ਮੈਂ ਨਹੀਂ ਰਹਿਣਾ, ਲੇਕਿਨ ਇਹ ਜਿਹੜੀ ਮੇਰੀ ਜਾਣਕਾਰੀ ਹੈ ਉਹਦੇ 'ਚ ਕਨਫਰਮ ਕਰਨੀ ਲੱਗੇ ਰਹੇ ਕਿ ਮੈਂ ਕੰਟੀਨਿਊ ਕਰੂੰਗਾ ਕਿ ਨਹੀਂ ਕਰੂੰਗਾ। ਤੇ ਇਹ ਵੀ ਕਨਵੇ ਕੀਤਾ ਇਹਨਾਂ ਨੇ ਆਪਣੇ ਸਾਥੀਆਂ ਨੂੰ ਕਿ ਮੈਨੂੰ ਅਸ਼ੋਰੈਂਸ ਮਿਲ ਗਈ ਹੈ ਕਿ ਮੈਨੂੰ ਹਟਾਇਆ ਨਹੀਂ ਜਾ ਰਿਹਾ। ਕੀ ਗੱਲ ਇੰਨੀ ਕੀ ਸੀਗੀ? ਫਿਰ ਜਿਹੜੀ ਅੱਜ ਇਹਨਾਂ ਨੇ ਇਸ਼ੂ ਰੇਜ਼ ਕੀਤੇ, ਇਸ਼ੂ ਠੀਕ ਹੈ, ਇਸ਼ੂ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ, ਲੇਕਿਨ ਵੇਟੇਜ ਤਾਂ ਹੋਣੀ ਸੀ ਜੇ ਇਹ ਉਦੋਂ ਰੇਜ਼ ਕਰਕੇ ਤੇ ਬਾਹਰ ਆ ਜਾਂਦੇ। ਇਹਨਾਂ ਨੇ ਕਿਹਾ ਕਿ ਜਿਹੜਾ ਇਹ ਅਮੈਂਡਮੈਂਟ ਸਰਕਾਰ ਨੇ ਲਿਆਂਦੀ ਹੈ ਇਹਦੇ ਵਾਸਤੇ ਹਾਲਤਾਂ ਕਿਉਂ ਬਣੀ, ਕੌਣ ਜ਼ਿੰਮੇਦਾਰ ਹੈ? ਬਿਲਕੁਲ ਠੀਕ ਹੈ, ਹਾਲਤਾਂ ਸਭ ਨੂੰ ਪਤਾ ਕਿਉਂ ਬਣੀ ਹੈ। ਇਹਨਾਂ ਨੇ ਵੀ ਕਿਸੇ ਵੇਲੇ ਡਾਇਰੈਕਸ਼ਨ ਦਿੱਤੀ ਸੀ SGPC ਨੂੰ ਕਿ ਭਾਈ ਤੁਸੀਂ ਆਪਣਾ ਚੈਨਲ ਲਾਂਚ ਕਰੋ। ਉਸ ਤੋਂ ਬਾਅਦ ਇਹਨਾਂ ਨੇ ਫਾਲੋ ਅਪ ਐਕਸ਼ਨ ਕੀ ਕੀਤਾ? ਜਾਂ ਇੱਕ ਇਸ਼ੂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਤੇ ਬਾਕੀ ਜਥੇਦਾਰਾਂ ਦੀ ਜਿਹੜੀ ਅਪਾਇੰਟਮੈਂਟ ਕਾਰਜਵਿਧੀ ਸਾਰਾ ਕੁਛ ਇਹਨੂੰ ਲੈ ਕੇ ਬਈ ਨਿਯਮ ਬਣਾਏ ਜਾਣ, ਕੀ ਕਦੇ ਕਿਸੇ ਨੇ ਉਹ ਤੇ ਫਾਲੋ ਅਪ ਕੀਤਾ? ਜਥੇਦਾਰ ਵਿਦਾਂਤੀ ਵੇਲੇ ਸੰਨ 2000 ਤੋਂ ਇਹ ਮਸਲਾ ਸ਼ੁਰੂ ਹੋਇਆ, ਕੋਈ ਐਕਸ਼ਨ ਨਹੀਂ। ਮੈਂ ਤੀਜੀ ਗੱਲ ਅੱਗੇ ਆ ਜਾਣਾ, ਜਿਹੜਾ ਹੁਣ ਤੱਕ ਜਿਸ ਪਾਸੇ ਕੋਈ ਜਥੇਦਾਰ ਮੂੰਹ ਹੀ ਨਹੀਂ ਕਰਦਾ, ਬਰਗਾੜੀ ਦਾ ਜਿਹੜਾ ਦੁਖਾਂਤ ਹੈ ਉਹਦੇ ਵਾਸਤੇ ਅਕਾਊਂਟੇਬਿਲਿਟੀ ਕਿਹਦੀ ਹੈ? ਕੋਈ ਤਾਂ ਜਵਾਬ ਦੇਵੇ ਨਾ। ਜਿਹੜੀਆਂ ਗਲਤੀਆਂ SGPC ਨੇ ਕੀਤੀਆਂ ਅਕਾਲ ਤਖਤ ਸਾਹਿਬ 'ਚ ਹੋਈਆਂ ਵੀ ਹੈ, ਉਹ ਭਾਈ ਤੁਸੀਂ ਬੈਠ ਕੇ ਗੱਲ ਤਾਂ ਕਰ ਲਓ, ਘੱਟੋ ਘੱਟ ਕੋਈ ਇਨੀਸ਼ੀਏਟਿਵ ਲਿਆ,
ਕੋਈ ਨਹੀਂ ਲਿਆ। ਅਗਲੀ ਗੱਲ, ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਬਈ ਵਿਰਸਾ ਸਿੰਘ ਵਲਟੋਆ ਨੂੰ ਹੀ ਬਣਾ ਦਿਓ ਜਥੇਦਾਰ, ਇੱਕ ਇਸ਼ੂ ਬੜਾ ਇੰਪੋਰਟੈਂਟ ਹੈ ਉਹਦੇ ਵਿੱਚ, ਸਾਰੀ ਗੱਲ ਦੇ ਵਿੱਚ। ਮੈਂ ਇਹ ਨਹੀਂ ਪੈਂਦਾ ਕਿ ਕਿਹਨੇ ਕੀ ਕਿਹਾ, ਮੇਰੇ ਵਾਸਤੇ ਮੈਟਰ ਨਹੀਂ ਕਰਦਾ। ਅਕਾਲ ਤਖਤ ਜਥੇਦਾਰ ਦਾ ਕਿਰਦਾਰ ਕੀ ਹੋਣਾ ਚਾਹੀਦਾ, ਗੱਲ ਇਹ ਹੈ ਬੇਸਿਕਲੀ। ਤੇ ਉਹ ਡਿਪੈਂਡ ਕਰਦਾ ਹੈ ਕਿ ਪਹਿਲਾਂ ਇਹ ਡਿਫਾਈਨ ਕਰੋ ਵੀ ਅਕਾਲ ਤਖਤ ਦੀ ਜਿਹੜੀ ਇੰਸਟੀਟਿਊਸ਼ਨ ਹੈ ਉਹ ਕੀ ਹੈ। ਕੀ ਇਹ ਗੁਰਦੁਆਰਾ ਹੈ? ਇੱਥੇ ਤਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਨੈਂਟ ਨਹੀਂ ਸੀ ਹੁੰਦਾ, ਇਹ ਘਰੋਂ ਤੋਂ ਹੋਣ ਲੱਗਿਆ। ਸਿਰਫ ਇੱਕ ਥਾਂ ਤੇ ਨਹੀਂ, ਮੈਂ ਲਾਸਟ ਟਾਈਮ ਜਦੋਂ ਗਿਆ ਸੀ 2-3 ਥਾਂ ਤੇ ਮੈਂ ਦੇਖਿਆ ਅੰਦਰ ਇਹਨਾਂ ਦੇ ਅਖੰਡ ਪਾਠ ਚੱਲ ਰਹੇ ਸੀਗੇ ਉੱਥੇ। ਸੋ ਪਹਿਲਾਂ ਤਾਂ ਇਹ ਤਖਤ ਹੈ, ਗੁਰਦੁਆਰਾ ਨਹੀਂ ਹੈ। ਜਿਹੜਾ ਤਖਤ ਹੈ ਕਿ ਉਹਦੇ ਜਥੇਦਾਰ ਗ੍ਰੰਥੀਆਂ 'ਚ ਹੋਣੇ ਚਾਹੀਦੇ ਆ, ਜਾਂ ਸਿੱਖ ਆਫ ਐਮੀਨੈਂਸ, ਮੈਂ ਅੰਗਰੇਜ਼ੀ 'ਚ ਲਫ਼ਜ਼ ਯੂਜ਼ ਕਰਦਾ, ਜਾਂ ਸਿੱਖ ਆਫ ਐਮੀਨੈਂਸ ਹੋਣੇ ਚਾਹੀਦੇ। ਐਕਸਪੈਰੀਮੈਂਟ ਹੋਇਆ, ਇਹ ਨਹੀਂ ਕਿ ਨਹੀਂ ਹੋਇਆ। ਭਾਈ ਰਣਜੀਤ ਸਿੰਘ ਉਹ ਗ੍ਰੰਥੀ ਨਹੀਂ ਸੀਗੇ, ਉਹਨਾਂ ਦੀ ਕੁਰਬਾਨੀ ਪੰਥ ਵਾਸਤੇ ਹੋਰ ਲੈਵਲ ਤੇ ਸੀ, ਲੇਕਿਨ ਉਹਨਾਂ ਨੂੰ ਗਿਆਨ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਲਓ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਉਹ ਅਕਾਲੀ ਦਲ ਦੇ ਐਕਟਿਵ ਲੀਡਰ ਵੀ ਰਹੇ ਕਿਸੇ ਵੇਲੇ, ਉਹ ਸਿਆਸਤ ਦੇ ਵਿੱਚੋਂ ਆਏ ਸੀਗੇ, ਉਹਨਾਂ ਨੂੰ ਸਮਝ ਸੀ। ਇਸੇ ਕਰਕੇ ਜਿਹੜਾ ਉਹਨਾਂ ਦਾ ਕਾਰਜਕਾਲ ਹੈ ਉਹ ਸਭ ਤੋਂ ਵਧੀਆ ਕਈ ਵਾਰੀ ਮੰਨਿਆ ਜਾਂਦਾ। ਮੈਂ ਉਹਨਾਂ ਦੀ ਇੱਕ ਐਗਜ਼ਾਮਪਲ ਦੇ ਦਿੰਦਾ। ਹੁਣ ਤਾਂ ਇਹ ਜਿਹੜਾ ਕਿੰਤੂ ਹੋਇਆ, ਜਥੇਦਾਰ ਹਰਪ੍ਰੀਤ ਸਿੰਘ ਗਏ ਚੰਨੀ ਜੀ ਦੇ ਭਤੀਜੇ ਦੇ ਕਿ ਮੁੰਡੇ ਦੇ ਵਿਆਹ ਤੇ ਫਿਰ ਮੁੜ ਕੇ ਰਾਘਵ ਚੱਡੇ ਦੀ ਮੰਗਣੀ ਦੇ ਗਏ। ਗਿਆਨੀ ਜੈਲ ਸਿੰਘ ਸੀਗੇ ਮੁੱਖ ਮੰਤਰੀ, ਤੇ ਜਥੇਦਾਰ ਅਜਨੋਆ ਉਦੋਂ ਸੀਗੇ ਜਥੇਦਾਰ ਤਖਤ ਕੇਸਗੜ੍ਹ ਸਾਹਿਬ ਦੇ। ਗਿਆਨੀ ਜੀ ਦੇ ਭਤੀਜੇ ਦਾ ਵਿਆਹ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਲਾਵਾਂ ਫੇਰੇ ਤਖਤ ਤੇ ਕਰਨੇ ਆ। ਅਜਨੋਆ ਸਾਹਿਬ ਨੇ ਸਿੱਧਾ ਹੀ ਨਾ ਕਰਤੀ ਸੀਗੀ। ਉਹ ਕਹਿੰਦੇ ਜੀ ਮੁੰਡਾ ਪਤਿਤ ਹੈ, ਇਹ ਇੱਥੇ ਨਹੀਂ ਮੈਂ ਅਲਾਉ ਕਰਨਾ। ਸੋ ਨਹੀਂ ਕੀਤਾ ਉਹਨਾਂ ਨੇ। ਇੱਕ ਸੀਐਮ ਨੂੰ ਨਾ ਕਰਨੀ ਉਸ ਵੇਲੇ ਕੋਈ ਛੋਟੀ ਗੱਲ ਨਹੀਂ ਸੀਗੀ। ਸੋ ਇਹ ਜਥੇਦਾਰਾਂ ਦਾ ਇਹ ਰੁਤਬਾ ਕਿਸੇ ਵੇਲੇ ਰਿਹਾ ਹੈ। ਇਸੇ ਕਰਕੇ ਹੀ ਕਿਸੇ ਜ਼ਮਾਨੇ ਦੇ ਵਿੱਚ ਸੰਤ ਜਰਨੈਲ ਸਿੰਘ ਭੰਡਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਦੀ ਗੱਲ ਚੱਲੀ ਸੀ। ਉਹ ਤਾਂ ਵਿਰਸਾ ਸਿੰਘ ਵਲਟੋਆ ਹੋਰੀ ਉਹਨਾਂ ਦੇ ਨਾਲ ਹੁੰਦੇ ਸੀ। ਉਹ ਬੈਕਗਰਾਊਂਡ ਹੈਗੀ ਹੈ। ਸੋ ਇਸ ਕਰਕੇ ਜੋ ਕੁਛ ਇਹ ਅੱਜ ਪਾਣਾ ਸਾਹਮਣੇ ਵਾਪਰਿਆ ਨਜ਼ਰ ਆ ਰਿਹਾ ਹੈ, ਇਸ਼ੂ ਇਹ ਹੈ ਕਿ ਉਹਦੇ ਵਿੱਚ ਜ਼ਿੰਮੇਦਾਰ ਕੌਣ ਹੈ। ਜ਼ਿੰਮੇਦਾਰੀ ਤਾਂ ਹੁਣ ਵੀ ਸਾਹਮਣੇ ਨਹੀਂ ਆ ਰਹੀ ਕਿ ਜੇ ਹੁਣ ਡੈਲੀਗੇਸ਼ਨ ਮਿਲਿਆ ਹੈ ਅੱਜ ਰਾਜਪਾਲ ਨੂੰ ਐਸਜੀਪੀਸੀ ਦਾ ਅਮੈਂਡਮੈਂਟ ਦੇ ਮਾਮਲੇ ਤੇ, ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਵੀ ਹਾਲਤ ਕਿਉਂ ਬਣੀ ਹੈ। ਜਿਨ੍ਹਾਂ ਨੇ ਹਾਲਤ ਬਣਾਈ ਹੈ ਉਹਨਾਂ ਦਾ ਤਾਂ ਕੋਈ ਰਿਐਕਸ਼ਨ ਆ ਹੀ ਨਹੀਂ ਰਿਹਾ, ਹੁਣ ਤੱਕ ਨਹੀਂ ਆ ਰਿਹਾ, ਉੱਥੇ ਚੁੱਪੀ ਹੈ। ਜੇ ਇਸ ਕ੍ਰਾਈਸਿਸ ਨੂੰ ਅਵੋਇਡ ਕਰਨਾ ਸੀ ਤੇ ਇਹ ਤਾਂ ਅਵਾਰਡੇਬਲ ਕ੍ਰਾਈਸਿਸ ਸੀਗੀ, ਇਹ ਅਵੋਇਡ ਕੀਤੀ ਜਾ ਸਕਦੀ ਸੀ। ਪੰਥ ਨੂੰ ਇਸ ਦੁਵਿਧਾ ਵਿੱਚ ਕਿਉਂ ਪਾਇਆ ਗਿਆ? ਸਰਕਾਰ ਨੇ ਗਲਤੀ ਕੀਤੀ, ਆਪਾਂ ਤਾਂ ਕਹਿ ਕੇ ਤੁਰੇ। ਉਹ ਸਰਕਾਰ ਨੇ ਛੋਟੀ ਨਹੀਂ, ਇੱਕ ਬਹੁਤ ਵੱਡੀ ਗਲਤੀ ਕੀਤੀ ਹੈ, ਲੇਕਿਨ ਇਹਦੇ ਕਸੂਰਵਾਰ ਹੋਰ ਲੋਕ ਵੀ ਤਾਂ ਹੈਗੇ ਸਾਰੀ ਗੱਲ ਦੇ। ਸੋ ਇਹ ਸਾਰੇ ਇਸ਼ੂ ਬਹੁਤ ਕੰਪਲੀਕੇਟ ਹੋਇਆ ਹੋਇਆ, ਲੇਕਿਨ ਬੇਸਿਕ ਇਸ਼ੂ ਅੱਜ ਦਾ ਇਹ ਹੈ ਕਿ ਜਥੇਦਾਰ ਦਾ ਜਿਹੜਾ ਰੁਤਬਾ ਹੈ ਉਹ ਕੀ ਹੋਣਾ ਚਾਹੀਦਾ ਹੈ, ਤੇ ਪਾਸ ਪ੍ਰੈਕਟਿਸ ਕੀ ਹੈ। ਕੀ ਪਿਛਲੇ ਜਥੇਦਾਰ ਇਹ ਖਰੇ ਉਤਰੇ ਸੀਗੇ ਇਸ ਰੁਤਬੇ ਦੇ ਹਿਸਾਬ ਤੇ ਕਿ ਨਹੀਂ? ਜਥੇਦਾਰ ਹਰਪ੍ਰੀਤ ਸਿੰਘ, ਜਿਵੇਂ ਪਹਿਲਾਂ ਕਿ ਮੈਂ ਐਟ ਦੀ ਕਾਸਟ ਆਫ ਰੈਪੂਟੇਸ਼ਨ ਮੈਂ ਕਹਿਣਾ ਚਾਹੂੰਗਾ ਕਿ ਇਹੀ ਇਸ਼ੂ ਜੇ ਮਹੀਨਾ ਪਹਿਲਾਂ ਇਹ ਕਹਿ ਕੇ ਇਹ ਇਰੇਜ਼ ਕਰਕੇ ਰਿਜ਼ਾਈਨ ਕਰ ਦਿੰਦੇ ਤੇ ਪੰਥ ਦੇ ਵਿੱਚ ਗੱਲ ਇਹ ਤੁਰ ਪੈਣੀ ਸੀਗੀ। ਹੁਣ ਅੱਜ ਇਹ ਇਸ਼ੂ ਰੇਜ਼ ਕਰਨ ਦੀ ਕੋਈ ਬਹੁਤੀ ਇੰਪੋਰਟੈਂਸ ਨਹੀਂ ਰਹਿ ਜਾਂਦੀ। ਨੋ ਡਾਊਟ ਕਿ ਜਦੋਂ ਸਿੰਘ ਸਾਹਿਬ ਇਹ ਕਹਿ ਰਹੇ ਆ ਕਿ ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਪ੍ਰੈਸ਼ਰ ਆਏਗਾ ਮੈਂ ਉਹਦਾ ਛੱਡ ਦਿਆਂਗਾ, ਬਹਾਨਾ ਕੋਈ ਹੋਰ ਬਣਦਾ ਹੈ, ਕਾਰਨ ਕੋਈ ਹੋਰ ਹੁੰਦੇ ਆ। ਨੋ ਡਾਊਟ ਕਿ ਕੁਝ ਚੀਜ਼ਾਂ ਸਿੰਘ ਸਾਹਿਬ ਤੋਂ ਕਰਾਉਣ ਲਈ ਕਿਹਾ ਗਿਆ ਸੀਗਾ ਜਿਹੜੀਆਂ ਉਹਨਾਂ ਨਹੀਂ ਕੀਤੀਆਂ, ਇੰਜ ਲੱਗ ਰਿਹਾ। ਔਰ ਜਦੋਂ 4 ਮੁੱਦੇ ਇਹਦੇ ਵਿੱਚ ਉੱਠ ਕੇ ਆਉਂਦੇ ਆ ਕਿ ਤੁਸੀਂ ਬਹੁਤ ਵੱਡੇ ਲੋਕਾਂ ਦੇ ਕਿਉਂ ਜਾਂਦੇ ਹੋ, ਕੀ ਤੁਸੀਂ ਅਹੁਦਿਆਂ ਦੇ ਅਸਰ ਥੱਲੇ ਹੁੰਦੇ ਹੋ, ਇਸੇ ਕਰਕੇ ਇਹ ਮੰਨਿਆ ਜਾਂਦਾ ਕਿ ਏਡੇ ਵੱਡੇ ਅਹੁਦੇ ਜਿਹੜੇ ਆ ਉਹ ਦੁਨਿਆਵੀ ਲੋਭ ਲਾਲਚਾਂ ਤੋਂ ਉੱਪਰ ਹੋਣ, ਸਾਂਝਾ ਬਣਾਉਣ ਤੋਂ। ਅੱਜ ਵੈਸੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਸੀ ਕਿ ਮੈਂ ਕਿਹੜਾ ਕੋਈ ਨਿੱਜੀ ਕੰਮ ਕਿਸੇ ਤੋਂ ਲਿਆ,
ਜੇ ਦਿੱਲੀ ਨਾਲ ਸਾਂਝ ਹੈ ਤਾਂ ਹੈ। ਮੈਂ ਇੰਸਟੀਟਿਊਸ਼ਨਸ ਦੀ, ਮੈਂ ਸੰਸਥਾਵਾਂ ਦੀ ਕੀਮਤ ਤੇ ਕੋਈ ਸਮਝੌਤਾ ਨਹੀਂ ਕੀਤਾ। ਮੈਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਅਸੀਂ ਅੱਗੇ ਖੜੇ ਹਾਂ ਵੀ ਅਸੀਂ ਹੋਣ ਨਹੀਂ ਦਿੱਤਾ, ਔਰ ਅਸੀਂ ਜੋ ਕਰ ਸਕਦੇ ਸੀ ਕੀਤਾ। ਇਹ ਸਵਾਲ ਨੇ, ਪਰ ਸਵਾਲ ਇਹ ਵੀ ਹੈ ਕਿ ਕੀ ਅਸੀਂ ਅਸਰ ਕਬੂਲੇ ਨੇ, ਵੱਡੇ ਲੋਕਾਂ ਦੇ ਅਸਰ ਕਬੂਲੇ ਆ? ਆਮ ਬੰਦੇ ਦੇ ਸੱਦੇ ਤੇ ਅਸੀਂ ਗਏ ਆ? ਆਮ ਬੰਦਿਆਂ ਦੇ ਸੱਦੇ ਤੇ ਅਸੀਂ ਕਦੇ ਕਿਸ ਦਾ ਫੋਨ ਵੀ ਚੱਕਿਆ? ਇਹ ਵੀ ਬੜਾ ਅਹਿਮ ਸਵਾਲ ਆ ਕਿ ਅਮੂਮਨ ਮੰਨਿਆ ਜਾਂਦਾ ਸੀ ਕਿ ਸਕੱਤਰੇਤ ਦੇ ਵਿੱਚ ਜੇ ਕੋਈ ਤੁਹਾਨੂੰ ਮਿਲ ਕੇ ਗਿਆ ਤੇ ਪਿੱਛੋਂ ਤੁਸੀਂ ਠਹਾਕਾ ਵੀ ਲਾਉਂਦੇ ਰਹੇ ਹੋ, ਗਏ ਬੰਦੇ ਦੇ ਪਿੱਛੋਂ ਉਹਦਾ ਮਜ਼ਾਕ ਵੀ ਉੱਡਦਾ ਰਿਹਾ ਕਈ ਪੱਧਰਾਂ ਦੇ ਉੱਤੇ। ਇਹ ਸਵਾਲ ਉੱਠਦੇ ਰਿਹਾ। ਇਹ ਨਿੱਜੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਇਹ ਅੰਦਰਲੀਆਂ ਸਫਾਂ ਚੋਂ ਕੁਝ ਗੱਲਾਂ ਆ ਵੀ ਰਹੀਆਂ। ਤੇ ਸਿੰਘ ਸਾਹਿਬ ਮੈਂ ਨਾਲ ਹੀ ਇਹ ਤੇ ਅੜਕਾ ਜਿਹੜੇ ਤੁਸੀਂ ਕਹੇ ਵੀ ਬਾਹਰ ਠਾਕਾ ਲਾਉਂਦੇ ਰਹੇ ਹੈ, ਅੱਜ ਵੀ ਬਾਡੀ ਲੈਂਗੁਏਜ ਹੋਈ ਸੀਗੀ। ਜਿਹੜੀ ਗੱਲ ਮੈਂ ਪਹਿਲਾਂ ਕੀਤੀ, ਜਿੱਥੋਂ ਮੈਂ ਸ਼ੁਰੂ ਕੀਤਾ ਹੈ, ਇਹਨਾਂ ਦੀ ਬਾਡੀ ਲੈਂਗੁਏਜ ਜਿਹੜਾ ਉਹਦਾ ਇਹਨਾਂ ਕੋਲ ਸੀ ਉਹਦੇ ਮਿਆਰੀ ਨਹੀਂ ਸੀਗੀ। ਸੋ ਜਿਹੜੀ ਗੱਲ ਤੁਸੀਂ ਗੱਲ ਬਿਲਕੁਲ ਕਲੀਅਰ ਕਰਤੀ, ਮੈਂ ਇਹ ਗੱਲ ਸਿੱਧੀ ਕਹਿਣਾ ਨਹੀਂ ਸੀ ਚਾਹੁੰਦਾ। ਗੱਲ ਇਹੀ ਹੈ। ਸਰਦਾਰ ਹਰਮੀਤ ਸਿੰਘ ਜੀ, ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਵਰਨਰ ਨੂੰ ਆਪਣਾ ਮੰਗ ਪੱਤਰ ਦੇ ਰਹੀ ਹੈ, ਇੱਕ ਵਫਦ ਰੂਪ ਚ ਮਿਲ ਰਹੀ ਹੈ। ਮਾਮਲਾ ਬੜਾ ਸਾਫ਼ ਹੈ ਕਿ ਅਮੂਮਨ ਜਦੋਂ ਵੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਕੋਈ ਸੋਧ ਦਾ ਜ਼ਿਕਰ ਆਵੇ ਤੇ ਕਿਹਾ ਜਾਂਦਾ ਸੀ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਜਲਾਸ ਨੂੰ ਭੇਜਿਆ ਜਾਂਦਾ ਸੀ ਪਾਸ ਕਰਾਉਣ ਲਈ, ਉਧਰ ਰੈਫਰ ਕੀਤਾ ਜਾਂਦਾ ਸੀ ਕਿ ਉੱਥੇ ਵਿਚਾਰ ਤੋਂ ਬਾਅਦ ਮਤੇ ਰੂਪ ਦੇ ਵਿੱਚ ਸਹਿਮਤੀ ਬਣ ਕੇ ਫਿਰ ਪਾਰਲੀਮੈਂਟ ਹੋਵੇ ਜਾਂ ਜਿੱਥੇ ਵੀ ਇਹਦੇ ਚ ਕੋਈ ਸੋਧ ਹੋਣੀ ਹੈ। ਵੱਖਰੀ ਗੱਲ ਹੈ ਕਿ ਆਰਡੀਨੈਂਸ ਵੀ ਆਉਂਦੇ ਰਹੇ ਆ, ਸਹਿਜਧਾਰੀਆਂ ਦੇ ਮਾਮਲੇ ਚ ਕੁਝ ਆਪ ਉਧਰੀਆਂ ਵੀ ਹੋਈਆਂ ਨੇ, ਲੋੜ ਅਨੁਸਾਰ ਫੈਸਲੇ ਵੀ ਲਏ ਗਏ ਆ। ਜਦੋਂ ਅੱਜ ਸ਼੍ਰੋਮਣੀ ਕਮੇਟੀ ਰਾਜਪਾਲ ਨੂੰ ਮਿਲ ਰਹੀ ਹੈ ਤਾਂ ਰਾਜਪਾਲ ਲੰਘੇ ਦਿਨ ਇਹਨਾਂ ਬਿੱਲਾਂ ਬਾਰੇ ਕਹਿ ਰਹੇ ਸੀ ਵੀ ਇਹਨਾਂ ਦੀ ਚੈੱਕ ਕਰਾਂਗੇ, ਸਾਰੀ ਕਾਨੂੰਨ ਦੇ ਇਹਨੂੰ ਸਾਂਚੇ 'ਚ ਰੱਖ ਕੇ ਤੋਲਾਂਗੇ, ਮਾਪਾਂਗੇ, ਫਿਰ ਇਹ ਅਗਲੀ ਗੱਲ ਕੋਈ ਕਵਾਂਗੇ। ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਮੰਗ ਨੂੰ ਗਵਰਨਰ ਕਿਵੇਂ ਲੈਣਗੇ ਜਦੋਂ ਇਹ ਬਿੱਲ, ਇਹ ਐਕਟ, ਅਮੈਂਡਡ ਐਕਟ ਉਹਨਾਂ ਕੋਲ ਜਾਊਗਾ? ਕਿ ਇਹਨੂੰ ਗਾਂਹ ਨੂੰ ਤੋੜ ਦੇਣਗੇ ਇਹੀ ਬਹਾਨੇ ਲਾ ਕੇ ਕਿ ਸ਼੍ਰੋਮਣੀ ਕਮੇਟੀ ਆ ਇਤਰਾਜ਼ ਕਰ ਰਹੀ ਹੈ, ਜਾਂ ਇਹ ਟ੍ਰੈਡੀਸ਼ਨਸ ਤੋਂ ਪਰੇ ਹੈ, ਇਹ ਟ੍ਰੈਡੀਸ਼ਨ ਨੂੰ ਫੋਲੋ ਨਹੀਂ ਕਰਦਾ, ਇਹ ਸੈੱਟ ਪ੍ਰੋਸੀਜਰ ਫੋਲੋ ਨਹੀਂ ਕੀਤੇ ਗਏ? ਕੀ ਕਹਿੰਦੇ ਹੋ? ਉਹਦੇ 'ਚ ਇਹ ਗੱਲ ਠੀਕ ਹੈ ਕਿ ਕਾਫੀ ਲੰਮੇ ਸਮੇਂ ਤੋਂ ਇੱਕ ਟ੍ਰੈਡੀਸ਼ਨ ਹੈ ਤੇ ਲਾਅ ਵੀ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਹਾਊਸ ਤੋਂ ਜਿਹੜਾ ਕਿ ਇਲੈਕਟਡ ਬਾਡੀ ਆ ਉਹਦੇ ਮਤੇ ਤੋਂ ਬਿਨਾਂ ਚੀਜ਼ਾਂ ਜਿਹੜੀਆਂ ਨੇ ਉਹ ਤਬਦੀਲ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਜਾਂ ਨਹੀਂ ਹੁੰਦੀਆਂ ਰਹੀਆਂ। ਪਰ ਸਵਾਲ ਇਹ ਵੀ ਹੈ ਕਿ ਪੋਲੀਟੀਕਲੀ ਦਖਲਅੰਦਾਜ਼ੀ ਜਿਹੜੀ ਹੈ ਇਸ ਪੱਧਰ ਦੇ ਉੱਤੇ ਯੂਨੀਲੈਟਰਲੀ ਜਿਹੜੀ ਗਵਰਨਮੈਂਟ ਨੇ ਕੀਤੀ ਹੈ, ਇਹਨੂੰ ਕੋਈ ਓਨ ਨਹੀਂ ਕਰ ਰਿਹਾ। ਜੋ ਮਰਜ਼ੀ ਦਲੀਲ ਦੇਣ, ਜੋ ਮਰਜ਼ੀ ਗੱਲ ਕਰਨ, ਉਹਦਾ ਮਤਲਬ ਇਹ ਹੈ ਕਿ ਧਾਰਮਿਕ ਖੇਤਰ ਦਾ ਜਿਹੜਾ ਮਾਮਲਾ ਹੈ, ਗੁਰਬਾਣੀ ਦਾ ਪ੍ਰਸਾਰ ਦਾ ਮਾਮਲਾ, ਉਹਦੀ ਠੇਕੇਦਾਰੀ ਗਵਰਨਮੈਂਟ ਨੇ ਨਹੀਂ ਲੈਣੀ ਹੁੰਦੀ ਕਿਸੇ ਨੇ ਵੀ। ਉਹ ਸ਼੍ਰੋਮਣੀ ਕਮੇਟੀ 'ਚ ਜਾਵੇ, ਚੋਣਾਂ ਲੜੇ, ਚੋਣਾਂ ਲੜ ਕੇ ਆਪਣਾ ਨੁਮਾਇੰਦੇ ਲਿਆ, ਉਹਦੇ ਥਰੂ ਬਦਲ ਲਏ, ਉਹ ਇੱਕ ਅਲੱਗ ਗੱਲ ਹੈ। ਪਰ ਨਾਲ ਦੀ ਨਾਲ ਦੂਜੇ ਪਾਸੇ ਦੀ ਪੋਲਿਟਿਕਸ ਵੀ ਇੱਕ ਹੈ। ਸ਼੍ਰੋਮਣੀ ਕਮੇਟੀ ਉਦੋਂ ਕੁਝ ਨਹੀਂ ਕਹਿੰਦੀ। ਸਪੋਜ਼ ਕਰੋ ਨਿਰੰਕਾਰੀ ਕੇਸ ਹੋਇਆ ਸੀਗਾ ਉਸ ਸਮੇਂ ਦੇ ਵਿੱਚ, ਉਸ ਸਮੇਂ ਦੇ ਵਿੱਚ ਇੱਕ ਕਮੇਟੀ ਬਣੀ ਵਿਦਵਾਨਾਂ ਦੀ, ਫਿਰ ਸ਼੍ਰੋਮਣੀ ਕਮੇਟੀ ਦੇ ਹਾਊਸ 'ਚ ਪਾਸ ਹੋਈ, ਫਿਰ ਜਥੇਦਾਰ ਅਕਾਲ ਤਖਤ ਕੋਲ ਗਈ ਕਿ ਹੁਕਮਨਾਮਾ ਜਾਰੀ ਹੋਣਾ ਚਾਹੀਦਾ। ਬਿਲਕੁਲ ਇੱਕ ਪ੍ਰੋਪਰ ਪ੍ਰੋਸੀਜਰ ਸੀ। ਜਦ ਰਾਮ ਰਹੀਮ ਵਾਲਾ ਮਾਮਲਾ ਹੋਇਆ, ਉੱਥੇ ਕਿੱਥੇ ਸ਼੍ਰੋਮਣੀ ਕਮੇਟੀ, ਕਿੱਥੇ ਜਲਾਸ, ਕਿੱਥੇ ਕੋਈ ਕਮੇਟੀ ਬਣੀ? ਡਾਇਰੈਕਟਲੀ ਚਾ ਕੇ ਇੱਕ ਐਡਿਕਟ ਜਾਰੀ ਹੋ ਜਾਂਦਾ। ਜਦੋਂ ਉਹ ਪ੍ਰੋਸੀਜਰ ਉੱਥੇ ਤੁਸੀਂ ਮਾਤ ਖਾਨੇ ਹੋ, ਕਿਉਂਕਿ ਉੱਥੇ ਤੁਹਾਡੀ ਪੋਲੀਟੀਕਲ ਤੇ ਹੋਰ ਤਰ੍ਹਾਂ ਇੰਟਰਵੀਨ ਕਰਦੀ ਹੈ, ਜਿਹੜੀ ਕਹਿੰਦੀ ਹੈ ਕਿ ਹੁਣੇ ਕਰਨਾ ਇਹ, ਉਦੋਂ ਕਿਉਂ ਨਹੀਂ ਬੋਲਦੀ ਸ਼੍ਰੋਮਣੀ ਕਮੇਟੀ ਐਜ ਏ ਕਮੇਟੀ ਉਸ ਸਾਰੇ ਮਾਮਲੇ ਦੇ ਵਿੱਚ? ਉਹ ਇੱਕ ਬਹੁਤ ਬੜਾ ਇਸ਼ੂ ਹੈ ਤੁਹਾਡੇ ਆਪਣੇ, ਉਹ ਤੇ ਪਰਦਾ ਪਾ ਕੇ ਨਹੀਂ ਚੱਲਿਆ ਜਾਣਾ। ਜਦੋਂ ਸਾਡੇ ਸੈੱਟ ਆਉਂਦਾ ਤੇ ਅਸੀਂ ਹੋਰ ਤਰੀਕੇ ਨਾਲ ਦੇਖਦੇ ਹਾਂ ਤੇ ਦੂਜੇ ਪਾਸੇ ਹੋਰ ਤਰੀਕੇ ਨਾਲ ਦੇਖਦੇ ਹਾਂ। ਇਸੇ ਤਰੀਕੇ ਦੇ ਨਾਲ ਤੇ ਹੁਣ ਜਦੋਂ ਉਸ ਤੋਂ ਬਾਅਦ ਤੁਸੀਂ ਲੜਾਈ ਲੜ ਰਹੇ ਹੋ, ਲੜਾਈ ਇਹ ਕੇਵਲ ਟੈਕਨੀਕਲ ਨਹੀਂ ਹੈ। ਲੜਾਈ ਇਹ ਸਪਿਰਿਟ ਦੀ ਹੈ, ਰੂਹ ਦੀ ਹੈ, ਭਾਵਨਾ ਦੀ ਹੈ, ਤੁਹਾਡੇ ਹਿਸਟੋਰੀਕਲ ਪਰਸਪੈਕਟਿਵ ਦੀ ਹੈ। ਤੇ ਤੁਸੀਂ ਇਕੱਲੇ ਟੈਕਨੀਕੈਲਿਟੀ 'ਚ ਵੀ ਸਾਨੂੰ ਲਾ ਨੇ ਕਿਹਾ, ਲਾ ਨਾ ਹੋਵੇ ਤਾਂ ਵੀ ਗਵਰਨਰ ਕੋਲ ਤਾਂ ਮੰਗ ਪੱਤਰ ਦੇਣ ਚਲੇ ਜਾਓ। ਗਵਰਨਰ ਮੰਗ ਪੱਤਰ ਨੂੰ ਥੋੜੀ ਰੋਕਦਾ, ਕੋਈ ਕਿਸੇ ਨੂੰ ਵੀ ਮੰਗ ਪੱਤਰ ਨਹੀਂ ਲੈਣਾ, ਜਿਹੜੇ ਹਜ਼ਾਰਾਂ ਲੋਕ ਹੋਰ ਵੀ ਜਾਂਦੇ ਨੇ ਜਾਂ ਬਾਕੀ ਕਿਤੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਹਿੰਦੀ ਹੈ ਲੱਖਾਂ ਕੁਰਬਾਨੀਆਂ ਦਾ ਸਾਡਾ ਇਤਿਹਾਸ ਹੈ, ਤਾਂ ਉਹ ਜਜ਼ਬਾ ਦਿਖਾਈ ਕਿਉਂ ਨਹੀਂ ਦੇ ਰਿਹਾ? ਜਜ਼ਬਾ ਮਾਈਨਸ ਹੈ ਅੱਜ ਵੀ ਉਸ ਸਮੇਂ ਨਾਲੋਂ ਵੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਡੇ 'ਚ ਐਡਾ ਦਾਖਲ ਹੋ ਗਿਆ, ਸਾਡਾ ਬਿਲਕੁਲ ਕੰਮ ਖਰਾਬ ਕਰ ਰਹੇ ਹੋ ਤੁਸੀਂ ਜਿਹੜੀਆਂ ਵੀ ਚੀਜ਼ਾਂ ਕਰਦੇ ਹੋ, ਉਹ ਉਸ ਪਾਸੇ ਨਹੀਂ ਹੈ। ਔਰ ਅਜੇ ਵੀ ਤੀਜੀ ਗੱਲ, ਸ਼੍ਰੋਮਣੀ ਕਮੇਟੀ ਮੰਨਣ ਲਈ ਤਿਆਰ ਨਹੀਂ ਹੈ। ਪ੍ਰਧਾਨ ਜੀ ਹੁਣ ਵੀ ਪ੍ਰੈਸ ਕਾਨਫਰੰਸ ਦੀ ਗੱਲ ਕਰ ਰਹੇ ਸੀ ਕਿ ਇੱਕ ਨੂੰ ਮੋਨੋਪੋਲੀ ਕਿਉਂ, ਇੱਕੋ ਧਿਰ ਨਾਲ ਤੁਹਾਡਾ ਇਹ ਸਾਰਾ ਕਿਉਂ ਚੱਲ ਰਿਹਾ? ਤੁਸੀਂ ਮੰਨ ਜਾਓ ਵੀ ਹੁਣ ਤੱਕ, ਜਾਂ ਤਾਂ ਇਹ ਕਹੋ ਵੀ ਉਦੋਂ ਕੋਈ ਨਹੀਂ ਸੀ, ਉਦੋਂ ਸਾਡੀ ਮਜਬੂਰੀ ਸੀ, ਠੀਕ ਆ, ਆਉਂਦੇ ਹੋਏ ਹੁਣ ਲੋਕਾਂ ਦੇ ਸੈਂਟੀਮੈਂਟ ਨੇ,
ਅਸੀਂ ਨਹੀਂ ਕਿਸੇ ਦੀ ਇੱਕ ਦੀ ਮੋਨੋਪੋਲੀ ਨੂੰ ਯਕੀਨ, ਤੁਸੀਂ ਹੁਣ ਤੱਕ ਵੀ ਡਿਫੈਂਡ ਕਰ ਰਹੇ ਹੋ। ਉਹਨਾਂ ਤੋਂ ਅਸੀਂ 2 ਕਰੋੜ ਰਹੇ ਆ, ਲਾਈਵ ਕਰਦੇ ਹੋ ਜਾਂ ਨਹੀਂ ਕਰਦੇ। ਔਰ ਜਿੰਨੀਆਂ ਸਰਕਾਰੀ ਚੀਜ਼ਾਂ ਲਾਈਵ ਹੋ ਰਹੀਆਂ ਨੇ, ਕਿਹੜਾ ਪੈਸਾ ਲੈਂਦਾ ਕੋਈ? ਜਿੱਥੇ TRP ਵਧੂਗੀ, ਬਥੇਰੇ ਫੰਕਸ਼ਨ ਇਹੋ ਜਿਹੇ ਹੁੰਦੇ ਨੇ, ਧਾਰਮਿਕ, ਸਿਆਸੀ ਤੇ ਇਕਨੋਮਿਕ ਜਿਹੜੇ ਵੀ ਮਰਜ਼ੀ ਹੋਣ, ਉਹ ਲਾਈਵ ਕਰਦੇ ਨੇ ਸਾਰੇ ਟੀਵੀ। ਉੱਥੋਂ ਪੈਸਾ ਐ ਨਹੀਂ ਆਉਂਦਾ ਹੁੰਦਾ, ਪੈਸਾ ਉਦੋਂ ਬਾਅਦ ਦੀ TRP ਤੋਂ ਬਾਅਦ ਥਰੂ ਐਡ ਆਊਗਾ। ਕੋਈ ਜ਼ਰੂਰੀ ਨਹੀਂ। ਹਾਂ, ਕੁਝ ਪ੍ਰੋਗਰਾਮ ਇਹੋ ਜਿਹੇ ਵੀ ਹੋਣਗੇ ਜਿਹੜੇ ਸਪਾਂਸਰ ਹੋਣਗੇ ਵੀ ਹੁਣੇ ਪੈਸਾ ਲੈ ਲਓ ਤੇ ਤੁਸੀਂ ਆ ਲਾਈਵ ਕਰਨਾ। ਇਹ 'ਚ ਕੋਈ ਇੱਕ ਫਾਰਮੂਲਾ ਥੋੜੀ ਹੁੰਦਾ। ਜਦੋਂ ਕੋਈ ਬਿਜ਼ਨਸ ਜਾਂ ਕੋਈ ਸਿਸਟਮ ਚੱਲਦਾ ਹੈ, ਅਲੱਗ-ਅਲੱਗ ਨੇ। ਮਤਲਬ ਅਸੀਂ ਕਿਹੜੀ ਗੱਲ ਨਾਲ ਡਿਫੈਂਡ ਕਰ, ਰੌਲਾ ਸ਼੍ਰੋਮਣੀ ਕਮੇਟੀ ਅਜੇ ਤਾਂ ਨਹੀਂ ਖੜ ਪਾ ਰਹੀ ਇਸ ਡੋਮੇਨ ਦੇ ਵਿੱਚ, ਅਜੇ ਵੀ ਜਿਹੜੀ ਉਹ ਫਾਈਟ ਕਰ ਰਹੀ ਹੈ, ਅਜੇ ਉਹ ਦਬੰਦ 'ਚ ਹੈ, ਅਜੇ ਪੋਲੀਟੀਕਲ ਵੌਸਜ ਦੇ ਦਬਾਅ ਹੇਠ ਦਿਖਾਈ ਦੇ ਰਿਹਾ ਮਾਮਲਾ। ਜੇ ਕਲੀਅਰ ਕੱਟ ਕਹਿਣ ਜੀ ਚੈਨਲ ਦਾ ਮਾਮਲਾ ਅਸੀਂ ਆਪੇ ਠੀਕ ਕਰਾਂਗੇ, ਔਰ ਇਹ ਹੁਣ ਤੋਂ ਕਰਤਾ ਸਮਝ ਲਓ। ਸਾਧ ਸੰਗਤ ਜਾਂ ਲੋਕ ਜਿਹੜੇ ਸਾਡੇ ਸਾਹਮਣੇ ਜਿਹੜੇ ਯਕੀਨ ਕਰਦੇ ਨੇ, ਉਹ ਇਹ ਮੰਨ ਲੈਣ ਕਿ ਅੱਗੇ ਨੂੰ ਮੋਨੋਪੋਲੀ ਨਹੀਂ ਹੋਏਗੀ। ਇਹ ਤਾਂ ਕਈ ਦੇਣ ਨਾ ਘੱਟੋ ਘੱਟ ਆਪਣੇ ਵੱਲੋਂ, ਬਾਕੀ ਕੋਈ ਕਹਿੰਦਾ ਜੇ ਨਹੀਂ ਕਹਿੰਦਾ ਉਹ ਅਲੱਗ ਗੱਲ ਹੈ। ਹਜੇ ਵੀ ਉਹ ਗੱਲ ਨਹੀਂ ਕਹਿੰਦੇ, ਉਦੋਂ ਬਾਅਦ ਤੁਸੀਂ ਬਾਕੀ ਲੜਾਈ ਲੜੋ ਜੇ ਲੜਾਈ ਲੜਨੀ। ਵੈਸੇ ਸਰਦਾਰ ਹਰਮੀਤ ਸਿੰਘ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਸਾਹਿਬ ਦਾ ਲਬੋ ਲਬਾਬ ਸੀ ਕਹਿਣ ਦਾ, ਉਹ ਇਹੀ ਸੀਗਾ ਵੀ ਤੁਸੀਂ ਕਹਿੰਦੇ ਹੋ ਤੇ ਵਿਚਾਰ ਰਹੇ ਅਸੀਂ, ਮੈਂ ਵਿੱਚ ਬੈਠੂੰਗਾ। ਮਤਲਬ ਇੰਜ ਲੱਗਦਾ ਕਿ ਸਿਧਾਂਤਕ ਨਿਰਣਾ ਲੈ ਲਿਆ ਕਿ ਪਾਣੀ ਸਿਰੋਂ ਲੰਘ ਗਿਆ, ਹੁਣ ਕੋਈ ਆਪਣਾ ਔੜ ਪੌੜ ਕਰਨਾ ਪੈਣਾ। ਉਹ ਕਹਿੰਦੇ ਲੋਕ ਭਾਵਨਾਵਾਂ ਤੋਂ ਪਰੇ ਥੋੜੀ ਅਸੀਂ, ਜੇ ਲੋਕ ਭਾਵਨਾ ਇਹੀ ਨੇ ਤਾਂ ਫਿਰ ਸਾਨੂੰ 2 ਕਰੋੜ ਭਾਵੇਂ ਮਿਲ ਹੀ ਰਿਹਾ ਸੀ, ਅਸੀਂ ਹੁਣ ਕਰਾਂਗੇ ਜਿਵੇਂ ਲੋਕ ਭਾਵਨਾਵਾਂ ਨੇ। ਇੱਕ ਤਰ੍ਹਾਂ ਉਹਨਾਂ ਨੇ ਗੱਲ ਮੰਨ ਹੀ ਲਈ ਹੈ ਜੀ, ਪਰ ਲੇਟ। ਭਾਵਨਾਵਾਂ ਤਾਂ ਲੋਕਾਂ ਦੀਆਂ ਬਹੁਤ ਦੇਰ ਦੀਆਂ ਨੇ, ਲੋਕ ਤਾਂ ਵਿਚਾਰੇ ਬਹੁਤ ਦੇਰ ਦਾ ਰੌਲਾ ਪਾਉਂਦੇ। ਹੁਣ ਜਮਾ ਕਿੱਲ ਗੱਡਿਆ ਗਿਆ ਸਾਹਮਣੇ ਆ ਕੇ। ਭਾਵਨਾ ਇੱਕ ਅਲੱਗ ਚੀਜ਼ ਹੈ। ਜੇ ਭਾਵਨਾ ਦੀ ਕਦਰ ਕਰਦੇ ਹੁੰਦੇ, ਕਿੰਨੇ ਬਾਰੇ ਰੌਲੇ ਪਏ ਨੇ ਕਿ ਤੁਸੀਂ ਕਿਉਂ ਇੱਕ ਚੈਨਲ ਨੂੰ ਦਿੰਦੇ ਹੋ, ਕਿਉਂ ਬਾਕੀ ਚੀਜ਼ਾਂ ਇਹ ਕਰਦੇ ਹੋ। ਤੇ ਇਹ ਤਾਂ ਆਵਾਜ਼ ਤਾਂ ਬੜੀ ਵਾਰ ਉੱਠੀ ਹੈ, ਇੱਕ ਵਾਰ ਥੋੜੀ ਹੈ ਕੋਈ ਗੱਲ। ਹਾਂ, ਜਾਂ ਤੁਸੀਂ ਕੋਈ ਸਰਵੇ ਕੀਤਾ ਹੋਵੇ, ਜਾਂ ਤੁਸੀਂ ਦੁਬਾਰਾ ਚੋਣ ਕਰਾ ਲਈ ਹੋਵੇ ਕਿ ਬਹੁਤ ਪਤਾ ਇੱਧਰ ਹੈ, ਬਹੁਤ ਪਤਾ ਇੱਧਰ ਹੈ। ਇਹ ਤਾਂ ਹੁਣ ਇਹ ਉਦੋਂ ਤੋਂ ਜ਼ਿਆਦਾ ਸਟਾਰਟ ਹੋਇਆ ਜਦੋਂ ਪਹਿਲਾਂ ਚੀਫ ਮਿਨਿਸਟਰ ਨੇ ਕਹਿਤਾ ਸੀ ਕਿ ਅਸੀਂ ਖਰਚਾ ਦੇਣ ਲਈ ਤਿਆਰ ਹਾਂ। ਪਹਿਲਾਂ ਇੱਕ ਵਾਰ ਬਿਆਨ ਦਿੱਤਾ ਸੀ, ਤੁਹਾਡੇ ਯਾਦ ਹੋਣਾ। ਤੇ ਹੁਣ ਆ ਕੇ ਜਮਾ ਅਸੈਂਬਲੀ ਦੇ ਵਿੱਚ ਹੀ ਲਿਆਂਦਾ ਇਹ ਸਾਰਾ ਮਾਮਲਾ, ਤੇ ਉਹਦੇ ਨਾਲ ਇਹ ਚੀਜ਼ਾਂ ਉਸ ਪਾਸੇ ਵੱਲ ਚੱਲਣੀਆਂ ਸ਼ੁਰੂ ਹੋ ਜਾਣੇ ਕਿ ਨਹੀਂ ਕਿਤੇ ਇਹ ਨਾ ਹੋ ਜਾਏ ਕਿ ਇਹ ਦਬਾਅ ਹੇਠ ਕੰਮ ਕਰਦੇ ਨੇ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੇ ਮੁਤਾਬਕ ਮਤਲਬ ਸ਼੍ਰੋਮਣੀ ਕਮੇਟੀ ਹੁਣ ਚੱਲ ਰਹੀ ਹੈ, ਜਿਹਦੇ ਬਹੁਤੇ ਮੈਂਬਰ ਨੇ, ਉਹਦੀ ਅਜੇ ਤੱਕ ਕੋਈ ਬਹੁਤ ਸੀਰੀਅਸ ਕੋਰ ਕਮੇਟੀ ਦੀ ਮੀਟਿੰਗ, ਵਰਕਿੰਗ ਕਮੇਟੀ ਦੀ ਮੀਟਿੰਗ ਵੀ ਕਾਲ ਨਹੀਂ ਹੋਈ, ਜਿੱਥੇ ਐਡੇ ਵੱਡੇ ਸੰਕਟ 'ਚ ਮੰਥਨ ਰੂਪੀ ਗੱਲ ਕੀਤੀ ਜਾਵੇ ਕਿ ਹੁਣ ਜਿਹੜਾ ਇਹ ਕ੍ਰਾਈਸਿਸ ਖੜਾ ਹੋ ਗਿਆ, ਇਹ ਮਤਲਬ ਇਹ ਕੱਲਾ ਧਾਰਮਿਕ ਕ੍ਰਾਈਸਿਸ ਨਹੀਂ ਹੈ, ਇਹ ਪੋਲੀਟੀਕਲ ਤੇ ਰਿਲੀਜਨ ਦਾ ਸਾਂਝਾ ਜਿਹੜਾ ਅਕਾਲੀ ਦਲ ਸਾਹਮਣੇ ਬੜੇ ਸਮੇਂ ਤੋਂ ਉਹ ਜਿਹੜਾ ਸੰਕਟ ਜੂਝ ਰਿਹਾ ਹੈ। ਉਹ ਬਰਗਾੜੀ ਤੋਂ ਲੈ ਕੇ ਵੱਖ-ਵੱਖ ਮਾਮਲਿਆਂ 'ਚ, ਈਵਨ ਇਹੋ ਜਿਹੇ ਬੰਦਿਆਂ ਨੂੰ ਕਿਸੇ ਨੂੰ DGP ਲਾ ਦਿਓ, ਕਿਸੇ ਨੂੰ, ਔਰ ਜਿਹੜੀ ਉਹ ਭਰੋਸੇ ਦੇ ਸੰਕਟ ਨਾਲ ਜੂਝ ਰਿਹਾ ਲਗਾਤਾਰ। ਇਹ ਲਗਾਤਾਰ ਹੁਣ ਵੀ ਉਸੇ 'ਚ ਐਡੀਸ਼ਨ ਹੈ ਇੱਕ ਬਹੁਤ ਵੱਡੀ। ਤੇ ਕੀ ਇਹ ਹਿੰਮਤ ਨਹੀਂ ਹੈ, ਜਾਂ ਪ੍ਰਧਾਨ ਜੀ ਬਾਹਰ ਨੇ ਤਾਂ ਅਕਾਲੀ ਦਲ ਡਿਫੰਕਟ ਹੋ ਜਾਂਦਾ, ਉਦੋਂ ਬਾਅਦ ਨਹੀਂ ਮੀਟਿੰਗ ਸੱਦੀ ਜਾ ਸਕਦੀ ਹੁੰਦੀ, ਕੋਈ ਬੈਠ ਕੇ ਚਰਚਾ ਨਹੀਂ ਕੀਤੀ ਜਾ ਸਕਦੀ ਹੁੰਦੀ, ਸੰਵਾਦ ਆਪਸ ਦੇ ਵਿੱਚ ਕੋਈ ਉਸ ਰੂਪ ਦੇ ਵਿੱਚ ਕੋਈ ਨਵਾਂ ਪ੍ਰੋਗਰਾਮ ਨਹੀਂ ਦਿੱਤਾ ਜਾ ਸਕਦਾ ਹੁੰਦਾ। ਔਰ ਕੋਈ ਪ੍ਰੋਗਰਾਮ ਨਹੀਂ ਹੈ, ਮਤਲਬ ਜਿਹੜਾ ਇੱਕ ਜਿਵੇਂ ਪੋਲਿਟਿਕਸ ਦੇ ਵਿੱਚ ਇਹ ਹੋ ਗਿਆ ਨਾ ਕਿ ਕੇਵਲ ਵੋਟਾਂ ਪੈਣੀਆਂ ਨੇ ਤੇ ਸੱਤਾ ਲੈਣੀ ਹੈ, ਨਹੀਂ ਤਾਂ ਉਦੋਂ ਬਾਅਦ ਆਪਾਂ ਬੈਠਾਂਗੇ। ਆਪਾਂ ਕੋਈ ਜਨਤਕ ਮੂਵਮੈਂਟ ਵਾਲੀ ਸਾਈਡ ਬਿਲਕੁਲ ਛੱਡਤੀ ਹੈ, ਤਾਂ ਹੁਣ ਕੀ ਧਾਰਮਿਕ ਖੇਤਰ 'ਚ ਵੀ ਛੱਡਤੀ। ਜੇ ਜਨਤਕ ਮੂਵਮੈਂਟ ਵਾਲੀ ਤੁਸੀਂ ਛੱਡਤੀ ਹੈ ਧਾਰਮਿਕ ਖੇਤਰ 'ਚ ਵੀ, ਜੇ ਪੋਲੀਟੀਕਲ ਖੇਤਰ ਦੇ ਵਿੱਚ ਵੀ, ਤਾਂ ਤੁਹਾਡਾ ਉਹ ਔਰਾ ਕਿਵੇਂ ਹੋਊਗਾ? ਤਾਂ ਉਹ ਤਾਂ ਮਤਲਬ ਹੀ ਨਹੀਂ। ਫਿਰ ਤਾਂ ਤੁਸੀਂ ਬੰਦੇ ਹੋਰ ਟਾਈਪ ਦੀ ਇੱਕ ਆਰਗੇਨਾਈਜੇਸ਼ਨ ਬਣ ਗਈ, ਉਹ ਕਰੈਕਟਰ ਨਹੀਂ, ਉਹ ਮਤਲਬ ਸਦਾਚਾਰਕ ਇੱਕ ਜਿਹੜਾ ਤੁਹਾਡੇ ਸਾਹਮਣੇ ਇੱਕ ਔਰਾ ਹੁੰਦਾ ਜਿਹੜਾ ਤੁਹਾਡਾ, ਉਹ ਖਤਮ ਹੋ ਗਿਆ। ਪ੍ਰਧਾਨ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਜੀ, ਅਸੀਂ 88 ਕਾਲਜ ਚਲਾ ਰਹੇ ਹਾਂ, ਅਸੀਂ ਬਾਕੀ ਕਾਲਜ ਚਲਾਉਣਾ ਥੋੜੀ ਕੋਈ ਬੜੀ ਇਹ ਮੇਜਰ ਚੀਜ਼ ਹੈ ਉਹਦੀ, ਠੀਕ ਹੈ। ਸੈਕੰਡਰੀ ਨਾਲ ਉਹ ਚੀਜ਼ਾਂ ਚਲਾ ਰਹੇ ਹੋ, ਤੁਹਾਡਾ ਔਰਾ ਕਿਸੇ ਹੋਰ ਮਾਮਲੇ ਦੇ ਵਿੱਚ ਹੈ ਤੇ ਉਹ ਖੜਾ ਨਹੀਂ ਹੋ ਰਿਹਾ। ਉਹ ਡੈਪੂਟੇਸ਼ਨਾਂ ਤੱਕ ਸੀਮਤ ਰਹਿ ਗਿਆ। ਉਹ ਲੋਕਾਂ ਦੀ ਮੋਬਿਲਾਈਜੇਸ਼ਨ ਕਰਕੇ ਸਰਕਾਰ ਨੂੰ ਕਾਊਂਟਰ ਕਰਨ ਦਾ ਜਿਹੜਾ ਇੱਕ ਤੁਹਾਡੇ ਕੋਲ ਜਜ਼ਬਾ ਸੀ ਨਾ, ਜਿਹੜਾ ਰਿਐਕਟ ਕਰਦਾ ਸੀ, ਉਹ ਨਹੀਂ ਦਿਖਾਈ ਦੇ ਰਿਹਾ। ਇਹਨੂੰ ਮੰਨਣ ਤੋਂ ਬਿਨਾਂ ਗੱਲ ਅੱਗੇ ਤੁਰਨੀ ਨਹੀਂ ਜੀ। ਸਰਦਾਰ ਜਗਤਾਰ ਸਿੰਘ ਜੀ, ਜਿਵੇਂ ਹਰਮੀਤ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਜੇ ਪ੍ਰਧਾਨ ਇੱਥੇ ਨਹੀਂ ਤੇ ਇਹਦਾ ਮਤਲਬ ਇਹ ਥੋੜੀ ਵੀ ਅਕਾਲੀ ਦਲ ਦੀ ਵਰਕਿੰਗ ਖਤਮ ਹੋ ਜਾਊਗੀ। ਚੰਦੂ ਮਾਜਰਾ ਬੈਠੇ ਨੇ, ਭੁੰਦਰ ਸਾਹਿਬ ਬੈਠੇ ਨੇ, ਕਿਸੇ ਦੀ ਅਗਵਾਈ ਦੇ ਵਿੱਚ ਕੋਰ ਕਮੇਟੀ ਸੱਦ ਕੇ ਕੋਈ ਇਹਦੇ ਤੇ ਗੱਲ ਤਾਂ ਹੁੰਦੀ, ਕੋਈ ਮੰਥਨ ਹੁੰਦਾ, ਡਿਸਕਸ਼ਨ ਹੁੰਦੀ। ਚਲੋ ਇਹ ਵੀ ਇੱਕ ਗੱਲ। ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਬਾਰੇ ਤੁਹਾਡੇ ਕੋਲ ਸਮਝਣਾ ਚਾਹੂੰਗਾ, ਜਿਹੜੀ ਗਵਰਨਰ ਹਾਊਸ ਦੇ ਬਾਹਰ ਹੋ ਰਹੀ ਸੀਗੀ। ਇੱਕ ਗੱਲ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਕਦੇ ਜਥੇਦਾਰ ਨੂੰ ਐਕਟਿੰਗ ਕਿਹਾ ਹੀ ਨਹੀਂ ਸੀ, ਉਹ ਐਕਟਿੰਗ ਹੁਣ ਚਲੇ ਗਏ ਨੇ, ਪਰ ਉਹਨਾਂ ਨੇ ਸਾਨੂੰ ਸਾਲ ਪਹਿਲਾਂ ਚੈਨਲ ਚਲਾਉਣ ਲਈ ਕਿਹਾ ਸੀ, ਤੇ ਉਹਨਾਂ ਨੇ ਤਾਂ ਉਹਨਾਂ ਨੂੰ ਕਿਹਾ ਸੀ ਕਿ ਬੰਦੀ ਸਿੰਘ ਛੱਡ ਦਿਓ। ਸੋ ਇਹ ਜਿਹੜਾ ਇੱਕ
ਕੰਟਰਾਸਟ ਜਿਹਾ ਬਣਾਉਣ ਦਾ ਯਤਨ ਕੀਤਾ ਗਿਆ। ਇੱਕ ਤਾਂ ਇਹ ਪਹਿਲੂ ਆ, ਦੂਜਾ ਪਹਿਲੂ ਇਹ ਵੀ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਮਲਾਵਰ ਰੁਖ ਦੇ ਵਿੱਚ ਗਵਰਨਰ ਹਾਊਸ ਦੇ ਬਾਹਰ ਖੜੇ ਨੇ, ਔਰ ਉਹਨਾਂ ਨੂੰ ਤੁਸੀਂ ਆਪਾਂ ਜੇ ਸਮਝਣਾ ਹੋਵੇ ਤੁਹਾਡੀ ਨਜ਼ਰ ਤੋਂ ਸਾਰੀ ਪ੍ਰੈਸ ਕਾਨਫਰੰਸ ਦੇ ਲਹਿਜੇ ਤੋਂ, ਤੇ ਕਿਵੇਂ ਸਮਝੀਏ? ਮੈਂ ਇਹ ਐਕਸਪੈਕਟ ਕਰਦਾ ਹੀ ਨਹੀਂ ਕਿ ਐਸਜੀਪੀਸੀ ਦਾ ਪ੍ਰਧਾਨ ਤੇ ਡੈਲੀਗੇਸ਼ਨ ਗਵਰਨਰ ਕੋਲ ਇਹੋ ਜਿਹੇ ਮਸਲੇ ਲੈ ਕੇ ਜਾਏਗਾ। ਜ਼ਮਾਨਾ ਉਹ ਵੀ ਸੀ ਜਦੋਂ ਐਸਜੀਪੀਸੀ ਦਾ ਪ੍ਰਧਾਨ ਕੋਈ ਗੱਲ ਕਰਦਾ ਸੀ ਦਿੱਲੀ ਤੱਕ ਹਿੱਲ ਜਾਂਦਾ ਸੀ। ਮੈਂ ਉਹ ਗੱਲ ਵਾਰ-ਵਾਰ ਨਹੀਂ ਕਰਨਾ ਚਾਹੁੰਦਾ। ਮੈਂ ਇੱਕ ਗੱਲ ਤੇ ਬੜਾ ਸਪਸ਼ਟ ਹੈ ਕਿ ਜੋ ਸਟੇਟ ਗੌਰਮੈਂਟ ਨੇ ਜਿਹੜਾ ਐਕਟ ਪਾਸ ਕਰਵਾਇਆ ਇਹ ਬਿਲਕੁਲ ਗਲਤ ਹੈ, ਤੇ ਮੈਂ ਕਾਰਨ ਰਿਪੀਟ ਕਰ ਦੇਣਾ, ਕਿਉਂਕਿ ਐਸਜੀਪੀਸੀ ਇਲੈਕਟਡ ਹਾਊਸ ਹੈ, ਇਹ ਨੋਮੀਨੇਟਡ ਹਾਊਸ ਨਹੀਂ ਹੈ, ਤੇ ਉਹਦੇ ਆਪਣੇ ਕਿਵੇਂ ਕੰਮ ਕਰਨਾ ਉਹਨਾਂ ਨੂੰ ਪਤਾ ਹੈ, ਤੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ। ਉਹ ਇੱਕ ਦੂਜਾ ਵੱਖਰਾ ਐਸਪੈਕਟ ਹੈ ਕਿ ਜਿਹੜੀ ਟ੍ਰੈਡੀਸ਼ਨ ਇਹ ਹੈ ਕਿ ਜੇ ਇਸ ਐਕਟ ਦੇ ਵਿੱਚ ਅਮੈਂਡਮੈਂਟ ਕਰਨੀ ਹੈ ਤੇ ਉਹ ਜਨਰਲ ਹਾਊਸ ਪਹਿਲਾਂ ਰਿਕਮੈਂਡ ਕਰੇਗਾ। ਲੇਕਿਨ ਐਸਜੀਪੀਸੀ ਜਨਰਲ ਹਾਊਸ ਪੈਰਲਲ ਹਾਊਸ ਹੈ, ਇਲੈਕਟਡ ਹਾਊਸ ਹੈ, ਤੇ 21 ਸਾਲ ਦੀ ਉਮਰ ਦੇ ਸਿੱਖ ਇਹਨੂੰ ਇਲੈਕਟ ਕਰਦੇ ਆ। ਸੋ ਸਰਕਾਰ ਨੂੰ ਉਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਸੀਗਾ। ਇਹ ਸਿਰਫ ਟੈਕਨੀਕਲ ਇਸ਼ੂ ਨਹੀਂ ਹੈ, ਔਰ ਇਹਦੇ ਪਿੱਛੇ ਬੜਾ ਲੰਬਾ ਇਤਿਹਾਸ ਹੈ। ਮੈਂ ਐਕਸਪੈਕਟ ਕਰਦਾ ਸੀਗਾ ਕਿ ਹੁਣ ਤੱਕ ਅਕਾਲੀ ਦਲ ਨੇ ਕਿਤੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਮਾਰੇ ਹੁੰਦੇ ਕਿ ਸਰਕਾਰ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਹੈ। ਧਰਨੇ ਤਾਂ ਛੱਡੋ, ਕੋਈ ਰਿਐਕਸ਼ਨ ਵੀ ਕੰਕਰੀਟ ਆਰਟੀਕੂਲੇਟ ਹੁਣ ਤੱਕ ਅਕਾਲੀ ਦਲ ਵੱਲੋਂ ਨਹੀਂ ਆਇਆ। ਸਿਰਫ ਇਹ ਕਿਹਾ ਜਾ ਰਿਹਾ ਕਿ ਜੀ ਇਹ ਮਾਸਟਰ ਤਾਰਾ ਸਿੰਘ ਨਹਿਰੂ ਐਕਟ ਦੀ ਵਾਇਲੇਸ਼ਨ ਹੈ। ਇਹ ਸਿਰਫ ਵਾਇਲੇਸ਼ਨ ਨਹੀਂ ਹੈ, ਇਸ਼ੂ ਇਹ ਨਹੀਂ ਹੈ। ਤੇ ਦੂਜੀ ਗੱਲ ਜਿਹੜੀ ਮੈਨੂੰ ਅੱਜ ਹੁਣ ਪ੍ਰੈਸ ਕਾਨਫਰੰਸ ਲੱਗੀ ਵੀ ਤੁਸੀਂ ਲਗਾਤਾਰ ਇੱਕ ਫੈਮਿਲੀ ਦੇ ਜਿਹੜੇ ਕਮਰਸ਼ੀਅਲ ਇੰਟਰਸਟ ਹੈ ਉਹਨਾਂ ਨੂੰ ਡਿਫੈਂਡ ਕਿਉਂ ਕਰ ਰਹੇ ਹੋ? ਤੁਸੀਂ ਸਿੰਪਲ ਜਿਹੜੀ ਗੱਲ ਬੇਸਿਕ ਮੁੱਦਾ ਹੈ ਉਹਦੇ ਤੇ ਨਹੀਂ ਆ ਰਹੇ, ਹੁਣ ਵੀ ਨਹੀਂ ਆ ਰਹੇ, ਅੱਜ ਵੀ ਨਹੀਂ ਆਏ। ਬੇਸਿਕ ਮੁੱਦਾ ਇਹ ਹੈ ਕਿ ਐਸਜੀਪੀਸੀ ਆਪਣਾ ਚੈਨਲ ਸ਼ੁਰੂ ਕਰੇ। ਇਹਦੀ ਨਾ ਤਾਂ ਕੋਈ ਅਕਾਲੀ ਲੀਡਰ ਗੱਲ ਕਰ ਰਿਹਾ, ਨਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਗੱਲ ਕਰ ਰਹੇ, ਨਾ ਕੋਈ ਹੋਰ ਗੱਲ ਕਰ ਰਿਹਾ। ਐਸਜੀਪੀਸੀ ਇਹ ਕੈਟੇਗੋਰਿਕ ਅਨਾਉਂਸਮੈਂਟ ਕਰਨ ਕਿ ਅਸੀਂ ਆਪਣਾ ਚੈਨਲ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਸਿਗਨਲ ਡਿਸਟ੍ਰੀਬਿਊਟ ਕਰਾਂਗੇ। ਜਿਹਨੇ ਸਾਡੀਆਂ ਸ਼ਰਤਾਂ ਤੇ ਸਿਗਨਲ ਲੈਣਾ ਹੈ ਉਹ ਵੈਲਕਮ ਹੈ। ਉਹਦੇ 'ਚ ਪੀਟੀਸੀ ਵੀ ਹੋ ਸਕਦੀ ਹੈ, ਕੋਈ ਵੀ ਹੋ ਸਕਦੀ। ਜੇ ਕਿਸੇ ਹੋਰ ਚੈਨਲ ਤੋਂ ਨਹੀਂ ਚੱਲੇਗਾ ਤੇ ਪੀਟੀਸੀ ਤਾਂ ਹੈ ਹੀ। ਤੁਸੀਂ ਲਗਾਤਾਰ ਆਪਣੇ ਸਿਰ ਤੇ ਸਾਰੀ ਗੱਲ ਕਿਉਂ ਲੈ ਰਹੇ ਹੋ? ਬੇਸਿਕ ਇਸ਼ੂ ਤੇ ਆਓ। ਤੁਹਾਡਾ ਤਾਂ ਆਪਣਾ ਪ੍ਰਪੋਜ਼ਲ ਹੈ, ਵਾਰ-ਵਾਰ ਰਿਪੀਟ ਕਰਨਾ ਪੈਂਦਾ ਵੀ 2004 ਦਾ ਆਪਣਾ ਅਕਾਲੀ ਦਲ ਦਾ ਮੈਨੀਫੈਸਟੋ ਪੜ੍ਹ ਲਓ। ਉਹਨੇ ਤੁਸੀਂ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਆਪਣੀ ਐਸਜੀਪੀਸੀ ਆਪਣਾ ਨਵਾਂ ਚੈਨਲ ਲਾਂਚ ਕਰੇਗੀ। ਤੁਸੀਂ ਆਪਣਾ ਮੈਨੀਫੈਸਟੋ ਤਾਂ ਇੰਪਲੀਮੈਂਟ ਕਰ ਲਓ ਘੱਟੋ ਘੱਟ, ਬਾਕੀ ਛੱਡੋ। ਸੋ ਜਿਹੜਾ ਬੇਸਿਕ ਇਸ਼ੂ ਹੈ ਇਹ ਸਿਆਸੀ ਇਸ਼ੂ ਹੈ ਤੇ ਇਹਨੂੰ ਕਮਰਸ਼ੀਅਲ ਇਸ਼ੂ ਬਣਾਇਆ ਹੋਇਆ। ਜਦੋਂ ਕਾਮਰਸ ਤੇ ਪੋਲਿਟਿਕਸ ਕਿਸੇ ਫੈਮਿਲੀ ਦੀ ਇਕੱਠੇ ਹੋ ਜਾਣਗੇ ਉਹਦੇ 'ਚ ਨੁਕਸਾਨ ਬਹੁਤ ਹੋਇਆ ਕਰਦਾ। ਪੰਜਾਬ ਸਫਰ ਕਰ ਰਿਹਾ ਪਹਿਲਾਂ ਵੀ। ਕਮਰਸ਼ੀਅਲ ਇੰਟਰਸਟ ਫੈਮਿਲੀ ਦਾ ਅਲੱਗ ਹੋਣੀ ਚਾਹੀਦੀ ਹੈ, ਜਿਹੜੀ ਸਿਆਸਤ ਆ ਅਲੱਗ ਹੋਣੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਸਿਆਸਤ ਆਪਣੀ ਥਾਂ ਤੇ ਹੈ ਤੇ ਮੈਂ ਅੱਜ ਵੀ ਐਕਸਪੈਕਟ ਕਰਦਾ ਹਾਂ ਕਿ ਕੈਟੇਗੋਰਿਕ ਸਟੇਟਮੈਂਟ ਅਕਾਲੀ ਦਲ ਵੱਲੋਂ ਵੀ ਆਵੇ ਤੇ ਜਿਹੜੇ ਪੀਟੀਸੀ ਦੇ ਮਾਲਕ ਹੈ ਉਹਨਾਂ ਵੱਲੋਂ ਵੀ ਆਵੇ, ਤਾਂ ਕਿ ਕ੍ਰਾਈਸਿਸ ਅਵਰਟ ਹੋ ਸਕੇ। ਗੱਲ ਸਿਰਫ ਐਸਜੀਪੀਸੀ ਦੇ ਪ੍ਰਧਾਨ ਦੀ ਨਹੀਂ ਹੈ। ਅੱਜ ਕੱਲ੍ਹ ਤਾਂ ਪ੍ਰਧਾਨ ਸਾਲ ਬਾਅਦ ਬਦਲੇ ਜਾਂਦੇ ਐਸਜੀਪੀਸੀ ਦੇ। ਪ੍ਰੋਬਲਮ ਉੱਥੇ ਹੈਗੀ ਹੈ। ਕੋਈ ਪ੍ਰਧਾਨ ਇਸੇ ਕਰਕੇ ਕੈਟੇਗੋਰਿਕ ਸਟੈਂਡ ਨਹੀਂ ਲੈ ਸਕਦਾ, ਉਹਨੂੰ ਪਤਾ ਹੀ ਨਹੀਂ ਹੁੰਦਾ। 6 ਮਹੀਨੇ ਦਾ ਪਹਿਲਾਂ ਪ੍ਰਧਾਨ ਨੂੰ ਐਸਜੀਪੀਸੀ ਦੀ ਫੰਕਸ਼ਨਿੰਗ ਸਮਝਦਿਆਂ ਲੱਗ ਜਾਂਦੇ ਹੈ ਤੇ ਬਾਕੀ 4 ਮਹੀਨੇ 5 ਮਹੀਨੇ ਰਹਿ ਜਾਂਦੇ, ਮੁੜ ਕੇ ਫਿਰ ਉਹ ਤਲਵਾਰ ਲਟਕ ਜਾਂਦੀ ਹੈ ਵੀ ਐਨੂਅਲ ਇਲੈਕਸ਼ਨ ਆ ਗਈ ਪ੍ਰਧਾਨ ਦੀ, ਪ੍ਰਧਾਨ ਨੇ ਬਦਲਣਾ। ਸੋ ਇੱਥੇ ਫੰਕਸ਼ਨਿੰਗ ਕੀ ਹੋਣੀ? ਸੋ ਜਿਹੜੇ ਬੇਸਿਕ ਇਸ਼ੂ ਹੈ ਉਹ ਧਿਆਨ 'ਚ ਰੱਖੇ। ਜਿਹੜਾ ਐਸਜੀਪੀਸੀ ਦਾ ਪ੍ਰਧਾਨ ਅੱਜ ਦੀ ਡੇਟ ਦੇ ਵਿੱਚ ਸਿਆਸੀ ਜਿਹੜਾ ਦਬਾਅ ਹੈ ਉਹ ਤੋਂ ਇੰਡੀਪੈਂਡੈਂਟਲੀ ਫੰਕਸ਼ਨ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਇਹ ਰਹਿੰਦਾ ਕਿ ਉੱਪਰ ਵਾਲੇ ਨੇ ਮੈਨੂੰ ਬਦਲ ਦੇਣਾ। ਇਹ ਜਿਹੜੀ ਐਸਜੀਪੀਸੀ ਦੀ ਆਟੋਨਮੀ ਹੈ ਉਹ ਤੇ ਕੁਐਸਚਨ ਮਾਰਕ ਹੈ। ਇਹ ਬਹੁਤ ਡੀਪ ਰੂਟਡ ਸਾਰੀ ਸਮੱਸਿਆ ਹੈ। ਇਸ਼ੂ ਸਿਰਫ ਇੱਕ ਐਕਟ ਦੀ ਅਮੈਂਡਮੈਂਟ ਦਾ ਨਹੀਂ ਹੈ। ਇਹ ਇਹਨਾਂ ਗੱਲਾਂ ਕਰਕੇ ਹੀ ਸਰਕਾਰ ਇਹਨਾਂ ਤੇ ਹਾਵੀ ਹੋਈ ਹੈ। ਜੇ ਇਹ ਇੰਸਟੀਟਿਊਸ਼ਨ ਇੰਨਾ ਵੀਕ ਨਾ ਹੁੰਦਾ, ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਿ ਇਹ ਅਮੈਂਡਮੈਂਟ ਲਿਆਉਣ ਦੀ ਹਿੰਮਤ ਕਰਦੇ। ਠੀਕ ਗੱਲ ਕਹਿ ਰਹੇ ਹੋ ਤੁਸੀਂ ਕਿ ਜਦੋਂ ਕਮਜ਼ੋਰੀਆਂ ਆਉਂਦੀਆਂ ਨੇ ਫਿਰ ਹਮਲੇ ਹੁੰਦੇ ਆ, ਤੇ ਫਿਰ ਹਮਲੇ ਝੇਲਣ ਲਈ ਸਿਰਫ ਤੁਸੀਂ ਬਿਆਨਬਾਜ਼ੀਆਂ ਤੱਕ ਸੀਮਿਤ ਰਹਿ ਜਾਂਦੇ ਹੋ। ਤੁਹਾਡੇ ਕੋਲ ਲੜਨ ਦਾ ਜਜ਼ਬਾ ਤੇ ਸਮਰੱਥਾ ਦੋਨੇ ਹੌਲੀ ਹੌਲੀ ਘਟ ਗਈਆਂ ਹੁੰਦੀਆਂ ਨੇ।
ਅਸੀਂ ਅੰਦਰ ਝਾਤੀ ਮਾਰਦੇ ਨਹੀਂ ਤੇ ਮਾਮਲੇ ਵੱਡੇ ਹੁੰਦੇ ਰਹਿੰਦੇ ਆ। ਅਸੀਂ ਅੱਖਾਂ ਮੀਟ ਕੇ ਬੜੀ ਵਾਰੀ ਇਹ ਸੋਚ ਲੈਂਦੇ ਆ ਕਿ ਸਮਾਂ ਲੰਘ ਜਾਂਦਾ ਹੈ, ਪਰ ਸਮੇਂ ਠਹਿਰ ਵੀ ਜਾਇਆ ਕਰਦੇ ਆ। ਮੈਂ ਸਰਦਾਰ ਹਰਮੀਤ ਸਿੰਘ ਜੀ, ਜਾਂਦੇ ਜਾਂਦੇ ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਜੁੜਿਆ ਵਿਵਾਦ, ਇੱਕ NRI ਦੀ ਕੋਠੀ ਵਾਲਾ ਮਾਮਲਾ, ਉਹ ਕੋਠੀ ਵਾਲਾ ਮਾਮਲਾ ਜਗਰਾਉਂ ਚ ਅੱਜ ਖੂਬ ਭਖਿਆ ਸੀ। SSP ਨੂੰ ਸ਼ਿਕਾਇਤ ਦੇਣ ਲਈ ਮਿਲੇ ਸੁਖਪਾਲ ਸਿੰਘ ਖਹਿਰਾ, ਔਰ ਉੱਥੇ ਅਜੇ ਵੀ ਇਹ ਕਬਜ਼ੇ ਦੇ ਮਾਮਲੇ 'ਚ ਜਾਂ ਜਿੰਨੇ ਅਮੀ ਡਾਕੂਮੈਂਟੇਸ਼ਨ ਨਾਲ ਹੇਰਾਫੇਰੀ ਹੋਈ ਹੈ ਉਹਦੇ ਸੰਬੰਧੀ ਕੋਈ ਖਾਸ ਪਰਚਾ ਦਰਜ ਨਹੀਂ ਹੋਇਆ। ਜ਼ਿੰਮੇਵਾਰ ਵਿਅਕਤੀ ਅਜੇ ਵੀ ਉਵੇਂ ਹੀ ਬਾਹਰ ਨੇ, ਔਰ ਖਾਸ ਤੌਰ ਤੇ ਸਰਕਾਰੀ ਧਿਰ ਹੋਣ ਦੀ ਹੈਸੀਅਤ ਦੇ ਵਿੱਚ ਬੀਬੀ ਮਾਣੂਕੇ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਇਹ ਕਿਹਾ ਜਾ ਰਿਹਾ ਕਿ ਪੱਖਪਾਤ ਅਜੇ ਵੀ ਹੋ ਰਿਹਾ। ਜਦੋਂ ਕੋਠੀ ਦੀਆਂ ਚਾਬੀਆਂ ਮਿਲ ਗਈਆਂ, ਗੱਲ ਸਮਝੌਤੇ ਦੀ ਵੀ ਚੱਲੀ, ਪਰ ਬੁਨਿਆਦੀ ਤੌਰ ਤੇ ਜਿਹੜਾ ਕਬਜ਼ਾ ਸੀ ਜਾਂ ਜੋ ਗਲਤ ਕੰਮ ਹੋਏ ਨੇ ਉਹਦੇ ਉੱਤੇ ਸਿਧਾਂਤਕ ਤੌਰ ਤੇ ਕੀ ਹੋਇਆ, ਲੋਕ ਇਹ ਮੰਗ ਵੀ ਕਰ ਰਹੇ ਆ, ਉਮੀਦ ਵੀ ਕਰ ਰਿਹਾ। ਤੁਸੀਂ ਇਸ ਮਾਮਲੇ ਨਾਲ ਇੱਕ ਵਾਰੀ ਸਾਂਝ ਪਵਾ ਦਿਓ। ਅਸਲ ਦੇ ਵਿੱਚ ਜਦੋਂ ਦੀ ਇਹ ਕੰਟਰੋਵਰਸੀ ਚੱਲੀ ਹੈ ਕਿ ਬੀਬੀ ਮਾਣੂਕੇ ਨੇ ਲੈ ਲਿਆ, ਪਹਿਲਾਂ ਤੋਂ ਕਹਿੰਦੇ ਰਹੇ ਕਿ ਅਸੀਂ ਕਿਰਾਏ ਤੇ ਲਈ, ਅਸੀਂ ਆਹ ਕੀਤਾ, ਪਰ ਹੌਲੀ ਹੌਲੀ ਚੱਲਦੇ ਜਦੋਂ ਗੱਲ ਸਾਹਮਣੇ ਆ ਗਈ ਕਿ ਉਹਦੇ ਨਾਂ ਤੇ ਫੇਕ ਨਾਂ ਦੇ ਉੱਤੇ ਉਹ ਟਰਾਂਸਫਰ ਵੀ ਹੋ ਗਈ ਸੀ, ਇੰਤਕਾਲ ਨਹੀਂ ਹੋਇਆ, ਰਜਿਸਟਰੀ ਤੱਕ ਹੋ ਗਈ, ਮਤਲਬ ਉਸੇ ਕੋਠੀ ਦੀ ਇੱਕ ਉਸ ਨਾਂ ਤੇ ਜਿਹੜੇ ਬੰਦੇ ਨੂੰ ਇਹ ਸਮਝਿਆ ਜਾਂਦਾ ਕਿ ਉਹ ਬੀਬੀ ਮਾਣੂਕੇ ਦੇ ਮਤਲਬ ਉਹਦੇ ਚ ਟੀਮ ਦੇ ਵਿੱਚ ਸ਼ਾਮਲ ਹੈ, ਜਿਹਦੇ ਨਾਂ ਦੇ ਉੱਤੇ ਆਇਆ ਤੇ ਜਿਨ੍ਹਾਂ ਨੇ ਕੋਠੀ ਦੇ ਅੰਦਰ ਸਮਾਨ ਧਰਾਇਆ, ਔਰ ਉਹਦੀ ਰੈਨੋਵੇਸ਼ਨ ਵੀ ਹੋਈ। ਰੈਨੋਵੇਸ਼ਨ ਹੋ ਕੇ ਵੱਡੀਆਂ ਤਾਰਾਂ ਲੱਗ ਗਈਆਂ, ਆਲੇ ਦੁਆਲੇ ਸਾਰਾ ਕੁਝ ਹੋ ਗਿਆ। ਚਲੋ ਉਹ ਆਏ, ਉਦੋਂ ਬਾਅਦ ਆ ਕੇ ਹੁਣ ਪ੍ਰੈਸ਼ਰ ਬਣਿਆ, ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਤਾਂ ਜੀ ਦੇਤੀ, ਉਹ ਕੋਠੀ ਛੱਡਤੀ, ਮੈਂ ਜਿਹੜੀ ਮਾਮਲਾ। ਹੁਣ ਰੌਲਾ ਕੇਵਲ ਇੱਕ ਹੈ, ਜਿਹੜਾ ਐ ਲੱਗਦਾ ਸੀ ਵੀ ਚਲੋ ਠੀਕ ਹੈ ਜੀ, ਇੱਕ ਜਿਹੜਾ ਇੰਸਪੈਕਟਰ ਜਾਂ ਸਬ ਇੰਸਪੈਕਟਰ ਰੈਂਕ ਦਾ ਬੰਦਾ ਜਾਂਦਾ ਨਾਲ ਚਾਬੀ ਫੜਾਉਣ, ਤੇ ਉਹ ਵੀ ਜਾਂਦਾ ਹੈ ਜੀ ਨਾਲ, ਜਿਹਦੇ ਨਾਂ ਤੇ ਜਾਲੀ ਰਜਿਸਟਰੀ ਹੁੰਦੀ ਹੈ। ਮਤਲਬ ਤੁਸੀਂ ਦੇਖੋ, ਅਜੀਬ ਕਿਸਮ ਦਾ ਜਸਟਿਸ ਹੈ, ਇਨਸਾਫ ਦਾ ਜਿਹੜਾ ਸਾਡੇ ਸਿਸਟਮ ਹੈ ਜਿਹੜਾ ਬਣਿਆ ਹੋਇਆ, ਕਿ ਜਿਹੜੇ ਬੰਦੇ ਤੇ ਫਰਾਡ ਦਾ ਪਰਚਾ ਦਰਜ ਹੋਣਾ ਚਾਹੀਦਾ ਨਾ, ਵੀ ਤੇਰੇ ਨਾਂ ਤੇ ਕਿਵੇਂ ਆ ਗਈ, ਜਿਹੜਾ ਤੇਰਾ ਕੋਈ ਲੱਲਾ ਕੱਖਾ ਇਹਦੇ ਨਾਲ ਹੈ ਨਹੀਂ ਹੈ, ਤੇ ਉਹ ਚਾਬੀ ਮੋੜਨ ਪੁਲਿਸ ਵਾਲੇ ਨਾਲ ਲੱਗ ਜਾਂਦੇ ਨੇ ਇੱਕ ਦੂਜੇ ਦੇ। ਚੱਲ ਕੋਈ ਨਹੀਂ, ਹੁਣ ਭਾਈਬੰਦੀ ਹੋ ਗਈ, ਠੀਕ ਹੈ ਜੀ, ਛੱਡ ਦਿਓ। ਤੇ ਪਰ ਇਹ ਗੱਲ ਇੱਥੇ ਰੁਕੀ ਨਹੀਂ ਹੈ, ਠੀਕ ਹੈ। ਉਹ ਉੱਥੇ ਹੋਏ ਤੇ ਬਹੁਤ ਵੱਡੇ ਵੱਡੇ ਪੱਧਰ ਤੇ ਇਸ਼ੂ ਉੱਠਿਆ। ਅੱਜ ਖਹਿਰੇ ਉਹਨਾਂ ਨੇ ਉੱਥੇ ਇਕੱਠ ਵੀ ਰੱਖਿਆ, ਜਨਤਕ ਇਕੱਠ ਸੀਗਾ। ਪਹਿਲਾਂ ਉੱਥੇ ਧਰਨੇ ਦੇ ਰੂਪ ਦੇ ਵਿੱਚ ਉਹ ਬੋਲੇ, ਤੇ ਫਿਰ ਇੱਕ ਡੈਪੂਟੇਸ਼ਨ SSP ਨੂੰ ਮਿਲਿਆ, ਤੇ SSP ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜੀ FIR ਲਿਖਾਈ ਹੈ ਉਹ ਕਿਹਦੇ ਵੱਲੋਂ ਲਿਖਾਈ ਹੈ, ਉਹਨਾਂ ਚੋਂ ਇੱਕ ਬੰਦੇ ਵੱਲੋਂ, ਜਿਹੜੇ ਬੀਬੀ ਦੇ ਕੈਂਪ ਦੇ ਨੇ, ਵੀ ਇਹ ਨਹੀਂ ਕੱਲ ਨੂੰ ਤੁਸੀਂ ਬੈਂਡਰਾ ਕਰ ਲੋਗੇ, FIR ਹੋ ਜਾਏਗੀ, ਇਹਦਾ ਕੋਈ ਮਤਲਬ ਨਹੀਂ। ਬੀਬੀ ਅਮਰਜੀਤ ਕੌਰ ਜਿਹਦੀ ਉਹ ਕੋਠੀ ਹੈ, ਜਿਹਦੇ ਨਾਂ ਤੇ ਹੈ, ਉਹਦੇ ਵੱਲੋਂ FIR ਦਰਜ ਕਰੋ। ਦੂਜੀ ਗੱਲ, ਇਹ ਪ੍ਰੋਸੈਸ ਇੱਕ ਦਿਨ ਚ ਨਹੀਂ ਹੋਇਆ ਹੋਣਾ, ਇਹਦੇ ਚ ਕਈ ਤਹਿਸੀਲਦਾਰ ਸ਼ਾਮਲ ਹੋਣਗੇ, ਕੋਈ ਪਟਵਾਰੀ ਸ਼ਾਮਲ ਹੋਏਗਾ, ਕੋਈ ਹੋ ਸਕਦਾ ਪੁਲਿਸ ਵਾਲਾ ਵੀ ਕੋਈ ਸ਼ਾਮਲ ਹੋਵੇ, ਪੋਲੀਟੀਕਲ ਬੰਦੇ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਸਾਰਾ ਕੁਝ ਕਰਿਆ, ਫੇਕ ਰਜਿਸਟਰੀ, ਫੇਕ ਸਾਰਾ ਸੈਟਅਪ। ਉਹਨਾਂ ਨੂੰ ਐਵੇਂ ਹੀ ਛੱਡ ਦਿੱਤਾ ਜਾਏਗਾ ਤਾਂ ਮਤਲਬ ਜਿਹੜੇ ਡਿਜ਼ਾਈਨ ਹੈ ਤਾਂ ਇੱਕ ਸਾਹਮਣੇ ਪਤਾ ਲੱਗ ਗਿਆ, ਖਬਰਾਂ ਕਿੰਨਿਆਂ ਦੇ ਇਹ ਚੀਜ਼ਾਂ ਵਾਪਰ ਰਹੀਆਂ ਹੋਣਗੀਆਂ, ਉਹਦੀ ਕੋਈ ਜਾਂਚ ਨਹੀਂ ਹੋਏਗੀ FIR ਉਸ ਲੈਵਲ ਦੇ ਉੱਤੇ ਕਰਕੇ। ਔਰ ਉਸ ਦੀ ਸਾਜ਼ਿਸ਼ ਦੇ ਵਿੱਚ ਉਹ ਕਹਿੰਦੇ ਨੇ, ਉਹਨਾਂ ਨੇ ਡਿਮਾਂਡ ਕੀਤੀ ਹੈ MLA ਤੇ ਕਿ ਉਹਨਾਂ ਨੂੰ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਉਸ FIR ਦੇ ਵਿੱਚ। ਜਾਂ ਤਾਂ ਸਾਡੇ ਵੱਲੋਂ ਲਿਖ ਲਓ, ਨਹੀਂ ਫਿਰ ਉਦੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਜੇ ਤਾਂ ਮੈਂ ਇਕੱਲਾ ਆਇਆ, ਬੰਦੇ ਆਏ ਨੇ ਬਾਕੀ, ਤੇ ਇਦੋਂ ਬਾਅਦ ਅਸੀਂ ਪਾਰਟੀ ਵੱਲੋਂ ਵੱਡਾ ਧਰਨਾ ਦੇਵਾਂਗੇ ਬਹੁਤ ਜਲਦੀ। ਔਰ ਜਿਵੇਂ ਉਹਨਾਂ ਨੇ ਇਹ ਉਦਾਹਰਨ ਵੀ ਦਿੱਤੀ ਹੈ ਕਿ ਕੋਠੀ ਖਾਲੀ ਕਰਕੇ ਬੀਬੀ ਜਿਹੜੀ ਮਾਲਕ ਹੈ ਉਹਨਾਂ ਕੋਲ ਚਲੀ ਗਈ ਹੈ, ਗੰਢੇ ਖਾਦੇ, ਛਿੱਤਰ ਖਾਦੇ, ਦੁਬਾਰਾ ਜੇ FIR ਲਈ ਵੀ ਇਹੀ ਕਰਨਾ, ਅਸੀਂ ਉਦੋਂ ਤੱਕ ਹਟਾਂਗੇ ਨਹੀਂ ਜਦ ਤੱਕ ਇਹ ਨਹੀਂ ਹੋ ਜਾਂਦਾ। ਤੇ ਇਹੀ ਹਾਲ ਕਟਾਰੂ ਚੱਕ ਦੇ ਮਾਮਲੇ 'ਚ ਦੁਬਾਰਾ ਉਹਨਾਂ ਨੇ ਦੁਹਰਾਤਾ ਇੱਥੇ ਵੀ ਇਹ ਠੀਕ ਹੈ ਜੀ, ਐਵੇਂ ਹੋਣਾ ਚਾਹੀਦਾ। ਪਰ ਇਹਦੇ ਨਾਲ ਇੱਕ ਹੋਰ ਧਿਰ ਵੀ ਹੈ ਜਿਹੜੀ ਲਗਾਤਾਰ ਉੱਥੇ ਕੰਮ ਕਰ ਰਹੀ ਹੈ ਜੀ, ਉਹ ਕਿਸਾਨ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਹੈ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ, ਜਿਨ੍ਹਾਂ ਨੇ NRI ਜਾਇਦਾਦ ਦਬਾਉਣ ਵਿਰੋਧੀ ਐਕਸ਼ਨ ਕਮੇਟੀ ਬਣਾਈ ਹੋਈ ਹੈ, ਜਿਹੜੇ ਉੱਥੇ ਲਗਾਤਾਰ ਬੈਠੇ ਨੇ। ਤੇ ਉਹਨਾਂ ਨੇ 26 ਤਰੀਕ ਨੂੰ ਵੱਡਾ ਇਕੱਠ ਰੱਖਿਆ ਵੀ ਇਹ ਜਿਹੜੇ ਸਾਰਾ ਜਿਹੜਾ ਕਹਿੰਦੇ ਕੋਠੀਆਂ ਦੱਬਣ ਵਾਲਾ ਜਿਹੜਾ ਇੱਕ ਮਾਫੀ ਹੈ, ਅਸੀਂ ਉਹਦੇ ਖਿਲਾਫ ਇੱਕ ਇਕੱਠ ਰੱਖਾਂਗੇ ਤੇ ਉਹ ਸਾਰਿਆਂ ਨੂੰ ਉਸ ਦਾਇਰੇ ਦੇ ਵਿੱਚ ਲਿਆਓ, ਨਹੀਂ ਤਾਂ ਇਹ ਐਜੀਟੇਸ਼ਨ ਸਾਡੀ ਇਸ ਪੱਧਰ ਦੇ ਉੱਤੇ ਜਾਰੀ ਰਹੂਗੀ ਜਿਹੜੇ ਵੇਲੇ। ਹੁਣ ਇਹਦਾ ਮਤਲਬ ਇਹ ਹੈ ਕਿ ਮਾਮਲਾ, ਖਹਿਰੇ ਨੇ ਇਹ ਕਿਹਾ ਕਿ ਇਹ ਜੰਗ ਅਜੇ ਸ਼ੁਰੂ ਹੋਈ ਹੈ, ਖਤਮ ਨਹੀਂ ਹੋ ਗਈ ਅੱਜ, ਅਜੇ ਤਾਂ ਕੋਠੀ ਦੀਆਂ ਚਾਬੀਆਂ ਮਿਲੀਆਂ ਨੇ। ਪਰ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਕਰਦੇ ਨੇ, ਜੇ ਨਾ ਪਤਾ ਲੱਗਦਾ 7-10 ਦਿਨ
ਮਤਲਬ ਇੰਤਕਾਲ ਵੀ ਹੋ ਜਾਂਦਾ, ਉਹ 6 ਮਹੀਨੇ ਬਾਅਦ ਆਉਂਦੇ, ਫਿਰ ਕਿਹਨੇ ਛੱਡਣਾ ਸੀ ਕਿਹਨੇ ਲੈਣਾ ਸੀ, ਫਿਰ ਤਾਂ ਸਿਸਟਮ ਹੀ ਆਪਣੇ ਆਪ ਉਹ ਹੋ ਜਾਂਦਾ। ਬਿਲਕੁਲ ਇਹ ਗੱਲ ਵਾਜਬ ਲੱਗਦੀ ਹੈ ਇਸ ਪੱਧਰ ਦੀ ਕਿ ਤੁਸੀਂ ਐ ਦੇਖ ਦੇਖ ਕੇ ਜਾਇਦਾਦਾਂ ਜੇ ਨਿਸ਼ਾਨਦੇਹੀ ਕਰ ਕਰਕੇ ਦਬੜੀਆਂ ਸ਼ੁਰੂ ਕਰ ਦੋਗੇ ਤਾਂ ਕਿਹੋ ਜਿਹਾ ਮਾਹੌਲ ਆਏਗਾ। ਇਹਦੇ ਸਭ ਤੋਂ ਬੜਾ ਕੁਐਸਚਨ ਇੱਕ ਹੋਰ ਸਾਹਮਣੇ ਆਉਂਦਾ ਕਿ ਜਿਵੇਂ ਪਹਿਲਵਾਨਾਂ ਦੇ ਬਾਰੇ ਦੇਸ਼ ਦਾ ਹੋਮ ਮਿਨਿਸਟਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਖਾਮੋਸ਼ ਰਹੇ, ਅੱਜ ਤੱਕ ਵੀ ਖਾਮੋਸ਼ ਨੇ ਉਹ ਕੁੜੀਆਂ ਬਾਰੇ, ਤੇ ਪੰਜਾਬ ਦਾ ਚੀਫ ਮਿਨਿਸਟਰ ਵੀ ਖਾਮੋਸ਼ ਹੈ ਬੀਬੀ ਦੇ ਇਹਦੇ ਬਾਰੇ ਵੀ, ਬੀਇੰਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ, ਬੀਇੰਗ ਪੰਜਾਬ ਦੇ ਚੀਫ ਮਿਨਿਸਟਰ ਵੀ, ਜਿਹੜਾ ਕ੍ਰਾਈਮ ਉਸ ਹੁੰਦਾ ਤਾਂ ਉਹਨਾਂ ਦੀ ਇਹ ਡਿਊਟੀ ਹੈ, ਉਹ 3 ਕਰੋੜ ਲੋਕਾਂ ਪ੍ਰਤੀ ਤਾਂ ਜਵਾਬਦੇਹ ਨੇ ਨਾ ਹੋਣ ਆਪੋਜੀਸ਼ਨ ਨੂੰ ਨਾ ਕਿਸੇ ਨੂੰ ਹੋਣ। ਇਹਦੇ ਉੱਤੇ ਗੱਲ ਕਰਨੀ ਬਣਦੀ ਆ, ਉਹਨਾਂ ਦਾ ਸਟੈਂਡ ਪੁਆਇੰਟ ਕੀ ਹੈ ਇਸ ਸਾਰੇ ਮਾਮਲੇ ਦੇ ਉੱਤੇ। ਔਰ ਜੇ ਨਹੀਂ ਆਉਂਦਾ ਤਾਂ ਪਿਕ ਐਂਡ ਚੂਜ਼ ਦਾ ਜਿਹੜਾ ਇੱਕ ਨਜ਼ਰੀਆ ਲੈ ਕੇ ਤੁਸੀਂ ਚੱਲੋਗੇ, ਉਹ ਤੁਹਾਡੀ ਭਰੋਸੇਯੋਗਤਾ ਵੀ ਕੱਟੜ ਇਮਾਨਦਾਰੀ ਦੀ ਜਿਹੜੀ ਹੈ ਉਹ ਟਾਇਰੇ 'ਚ ਖੜੀ ਹੋ ਜਾਏਗੀ। ਕਈ ਘਟਨਾਵਾਂ ਜੁੜਦੀਆਂ ਜਾ ਰਹੀਆਂ ਨੇ ਇਹਦੇ ਨਾਲ, ਤੇ ਇਹਦੇ ਨਾਲ ਜਦੋਂ ਇਹੋ ਜਿਹੇ ਐਡੀਸ਼ਨਲ ਸਬੂਤਾਂ ਵਾਲੀਆਂ ਘਟਨਾਵਾਂ ਜੁੜ ਗਈਆਂ ਤਾਂ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਵਾਬ ਲੋਕਾਂ ਨੂੰ ਦੇਣਾ ਪੈਣਾ। ਸੱਤਾਧਾਰੀਆਂ ਦੇ MLAs ਦੇ ਅੰਦਰ ਸੁਖਪਾਲ ਸਿੰਘ ਖਹਿਰਾ ਇੱਕ ਖੌਫ ਦਾ ਲਖਾਇਕ ਹੋ ਗਿਆ। ਉਹ ਹੌਲੀ ਜੀ ਪੁੱਛਦੇ ਇੱਕ ਦੂਜੇ ਨੂੰ, ਖਹਿਰਾ ਤਾਂ ਨਹੀਂ ਇਸ ਮਾਮਲੇ 'ਚ ਪੈ ਗਿਆ। ਤੇ ਉਹ ਸੱਚਮੁੱਚ ਪਿੱਛੇ ਦੀਆਂ ਜਿਹੜੀਆਂ ਕਾਫੀ ਘਟਨਾਵਾਂ ਨੇ ਉਹਦੇ ਵਿੱਚ ਜਿੰਨੇ ਮਾਮਲੇ ਉਠਾਏ ਗਏ ਨੇ ਤੇ ਫਿਰ ਉਹਨਾਂ ਨੂੰ ਲੌਜੀਕਲ ਐਂਡ ਤੱਕ ਅਸੀਂ ਜਾਂਦੇ ਦੇਖਦੇ ਹਾਂ। ਵੱਖਰੀ ਗੱਲ ਆ ਸੱਤਾਧਾਰੀ ਕਾਰਵਾਈ ਕਿੱਥੇ ਕਰਦੇ ਹੁੰਦੇ ਆਪਣੇ ਬੰਦਿਆਂ ਖਿਲਾਫ, ਮਾੜੀ ਮੋਟੀ ਐਵੇਂ ਅੱਖਾਂ ਭਜਾਉਣ ਵਾਲੀ ਕਾਰਵਾਈ ਹੁੰਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਇੱਕ ਬਹੁਤ ਛੋਟੀ ਜਿਹੀ ਟਿੱਪਣੀ ਮੈਂ ਇਸ ਮਾਮਲੇ 'ਚ ਤੁਹਾਡੇ ਕੋਲ ਚਾਹੁੰਦਾ। ਜਿਹੜੀ ਕੱਟੜ ਇਮਾਨਦਾਰ ਪਾਰਟੀ ਹੋਵੇ ਨਾ, ਉਹਦੇ ਕਿਸੇ ਲੀਡਰ ਤੇ ਇਹੋ ਜਿਹੀ ਐਲੀਗੇਸ਼ਨ ਪਹਿਲੀ ਗੱਲ ਤਾਂ ਲੱਗਣੀ ਨਹੀਂ ਚਾਹੀਦੀ। ਜੇ ਲੱਗੀ ਹੈ ਤੇ ਇਹ ਜਿਹੜੀ ਟਾਪ ਲੀਡਰਸ਼ਿਪ ਹੈ ਉਹਦਾ ਜਵਾਬ ਦੇਵੇ, ਉਹਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ ਤੇ ਮੇਰੇ ਖਿਆਲ 'ਚ ਇਹ ਤੇ ਐਕਸ਼ਨ ਹੋਣਾ ਚਾਹੀਦਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।